ਸਾਡੇ ਸਟੂਡੀਓ ਦੇ ਵਿੱਚ ਆਏ ਹਨ ਡਾਕਟਰ ਰਣਬੀਰ ਸਿੰਘ ਜੋਸਨ, ਜਿਹੜੇ ਕਿ ਹੁਣੇ ਭਾਰਤ ਤੋਂ ਇੱਥੇ ਕੈਨੇਡਾ ਦੀ ਫੇਰੀ ਤੇ ਹਨ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਹੋਮਿਓਪੈਥੀ ਤੋਂ ਇਲਾਵਾ ਉਹ ਕਿਹੜੀਆਂ ਹੋਰ ਸੇਵਾਵਾਂ ਦਿੰਦੇ ਹਨ। ਲਓ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅਸੀਂ ਡਾਕਟਰ ਸਾਹਿਬ ਆਪ ਜੀ ਦੇ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ ਵਿੱਦਿਆ ਕਿੱਥੋਂ ਲਈ ਤੇ ਕਿੱਥੋਂ ਦੇ ਨਿਵਾਸੀ ਹੋ? ਮੈਂ ਜੀ ਅੰਮ੍ਰਿਤਸਰ ਜ਼ਿਲ੍ਹਾ ਪਿੰਡ ਫਤਿਹਪੁਰ ਰਾਜਪੂਤਾਂ ਦਾ ਗੁਰੂ ਨਾਨਕ ਖਾਲਸਾ ਸਿੱਧੀ ਹਾਈ ਸਕੂਲ ਤੋਂ ਮੈਂ 10ਵੀਂ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ। ਉਹਦੇ ਬਾਅਦ ਖਾਲਸਾ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਔਰ ਉਸ ਸਮੇਂ ਦੇ ਦੌਰਾਨ ਹੀ ਮੇਰਾ ਹੋਮਪੈਥਿਕ ਸਿਸਟਮ ਦੇ ਵਿੱਚ ਇੰਟਰਸਟ ਕਾਫੀ ਵੱਧ ਗਿਆ। ਫਿਰ ਬੰਗਾਲ ਦੇ ਲਾਗੇ ਭਾਗਲਪੁਰ ਜਗ੍ਹਾ ਹੈ ਜਿੱਥੇ ਮੈਂ ਗ੍ਰੈਜੂਏਸ਼ਨ DHMS ਦੀ ਜਿਹੜੀ ਡਿਗਰੀ ਪ੍ਰਾਪਤ ਕੀਤੀ। ਉਹਦੇ ਬਾਅਦ ਮੈਨੂੰ ਪੰਜਾਬ ਗਵਰਨਮੈਂਟ ਦੀਆਂ ਜਿਹੜੀਆਂ ਹੋਮਪੈਥਿਕ ਡਿਸਪੈਂਸਰੀਜ਼ ਨੇ, ਸਰਕਾਰੀ ਡਿਸਪੈਂਸਰੀ, ਉੱਥੇ ਕੰਮ ਕਰਨ ਦਾ ਮੌਕਾ ਮਿਲਿਆ ਔਰ ਪਰ ਕਿਉਂਕਿ ਉਸ ਵੇਲੇ ਕੋਈ ਪੰਜਾਬ ਗਵਰਨਮੈਂਟ ਵੱਲੋਂ ਕੋਈ ਬਹੁਤ ਜ਼ਿਆਦਾ ਤਨਖਾਹ ਨਹੀਂ ਸੀ ਦਿੱਤੀ ਜਾਂਦੀ, ਇਸ ਕਰਕੇ ਮੈਂ ਉਹ ਜੌਬ ਛੱਡ ਕੇ ਆਪਣਾ ਹੀ ਇੱਕ ਹਸਪੀਟਲ ਜਿਹੜਾ ਵਾ ਉਹ ਸ਼ੁਰੂ ਕੀਤਾ। ਅੱਛਾ ਡਾਕਟਰ ਸਾਹਿਬ, ਤੁਸੀਂ ਹੋਮਿਓਪੈਥੀ ਨੂੰ ਕਿਉਂ ਚੂਜ਼ ਕੀਤਾ? ਜਿਸ ਤਰ੍ਹਾਂ ਕਿ ਤਕਰੀਬਨ ਸਭ ਨੂੰ ਪਤਾ ਹੈ ਕਿ ਖਾਸ ਕਰਕੇ ਪੁਰਾਣੀਆਂ ਤੇ ਪੇਚੀਦਾ ਬਿਮਾਰੀਆਂ ਦੇ ਵਿੱਚ ਜਿਹੜਾ ਇਹ ਮਾਡਰਨ ਮੈਡੀਕਲ ਸਿਸਟਮ ਆ ਉਹ ਤਕਰੀਬਨ ਫੇਲ ਹੋ ਚੁੱਕਾ ਵਾ। ਜਿਸ ਬੰਦੇ ਨੂੰ ਬਲੱਡ ਪ੍ਰੈਸ਼ਰ ਆ ਉਹਨੂੰ ਸਾਰੀ ਉਮਰ ਬਲੱਡ ਪ੍ਰੈਸ਼ਰ ਦੀ ਦਵਾਈ ਲੈਣੀ ਪੈਂਦੀ ਹੈ। ਜਿਸ ਬੰਦੇ ਨੂੰ ਡਾਇਬਟੀਜ਼ ਹੋ ਗਈ ਆ ਉਹਨੂੰ ਸਾਰੀ ਉਮਰ ਡਾਇਬਟੀਜ਼ ਦੀ ਦਵਾਈ ਲੈਣੀ ਪੈਂਦੀ ਹੈ। ਪਰ ਕਿਉਂਕਿ ਕੁਦਰਤੀ ਸਿਧਾਂਤਾਂ ਤੇ ਨਿਰਭਰ ਹੋਣ ਕਰਕੇ ਹੋਮਪੈਥਿਕ ਸਿਸਟਮ ਦੇ ਵਿੱਚ ਜਿਹੜਾ ਵੀ ਕੋਈ ਸਿਆਣਾ ਡਾਕਟਰ ਆ, ਕੁਆਲੀਫਾਈਡ ਡਾਕਟਰ ਆ, ਇਹਨਾਂ ਪੁਰਾਣੀਆਂ ਤੇ ਪੇਚੀਦਾ ਬਿਮਾਰੀਆਂ ਦਾ ਇਲਾਜ ਬਹੁਤ ਵਧੀਆ ਢੰਗ ਨਾਲ ਕਰ ਸਕਦਾ। ਅੱਛਾ, ਲੇਕਿਨ ਕੁਝ ਖੇਤਰਾਂ ਦੇ ਵਿੱਚ ਜਿਸ ਤਰ੍ਹਾਂ ਕਿ ਸਰਜਰੀ ਕਰਨਾ ਉਹਦੇ ਵਿੱਚ ਐਲੋਪੈਥੀ ਉਹ ਬਹੁਤ ਜ਼ਿਆਦਾ ਜਾਂ ਮੰਨੀ ਜਾਂਦੀ ਹੈ ਕਿ ਉਹ ਉਹਦੇ ਵਿੱਚ ਬਹੁਤ ਮਾਹਰ ਹਨ। ਤੁਹਾਡਾ ਕੀ ਮੰਨਣਾ? ਦੇਖੋ, ਇੱਕ ਬਿਲਕੁਲ ਵੱਖਰਾ ਫੀਲਡ ਆ। ਸਰਜੀਕਲ ਪ੍ਰੋਸੀਜਰ ਜਿਹੜੇ ਨੇ ਉਹ ਜਿਹੜੇ MBBS ਡਾਕਟਰ ਨੇ ਜਾਂ MD ਡਾਕਟਰ ਨੇ ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਮੇਰਾ ਮੰਨਣਾ ਹੈ ਕਿਉਂਕਿ ਹੋਮਪੈਥਿਕ ਮੈਡੀਸਨ ਦੇ ਵਿੱਚ ਇਸ ਤਰ੍ਹਾਂ ਦੀ ਐਡਵਾਂਸ ਸਿਖਲਾਈ ਕੋਈ ਨਹੀਂ ਦਿੱਤੀ ਜਾਂਦੀ, ਇਸ ਕਰਕੇ ਉਹ ਵੱਖਰਾ ਫੀਲਡ ਆ। ਅਸੀਂ ਮੈਡੀਸਨ ਦੇ ਨਾਲ ਉਹਨੂੰ ਰੀਕਨੈਕਟ ਨਹੀਂ ਕਰ ਸਕਦੇ। ਉਹ ਸਰਜੀਕਲ ਸਪੈਸ਼ਲਿਟੀ ਦਾ ਫੀਲਡ ਆ। ਹੋਮਪੈਥੀ ਦੇ ਵਿੱਚ ਬਹੁਤ ਸਾਰੀਆਂ ਸੋ ਕਾਲਡ ਜਿਹੜੀਆਂ ਸਰਜੀਕਲ ਕੰਡੀਸ਼ਨ ਨੇ ਉਹਦਾ ਇਲਾਜ ਕੀਤਾ ਜਾਂਦਾ ਵਾ, ਪਰ ਜਦੋਂ ਕੋਈ ਪ੍ਰੋਬਲਮ ਪੈਥੋਲੋਜੀਕਲ ਲੈਵਲ ਤੇ ਵੱਧ ਜਾਂਦੀ ਹੈ, ਕੁਦਰਤੀ ਗੱਲ ਆ, ਉਹਦਾ ਸਰਜਰੀ ਹੀ ਹੱਲ ਹੁੰਦੀ। ਇਹ ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਜੌਬ ਕੀਤੀ, ਲੇਕਿਨ ਤਨਖਾਹ ਘੱਟ ਹੋਣ ਕਰਕੇ ਤੁਸੀਂ ਆਪਣਾ ਫਿਰ ਇਹ ਫੀਲਡ ਜਿਹੜਾ ਬਦਲ ਲਿਆ, ਮਤਲਬ ਕਿ ਤੁਸੀਂ ਆਪਣੀ ਪ੍ਰੈਕਟਿਸ ਕਰ ਲੱਗ ਪਏ। ਕੀ ਅਜੇ ਵੀ ਇਸੇ ਤਰ੍ਹਾਂ? ਨਹੀਂ, ਅਜੇ ਹੁਣ ਸਿਨੈਰੀਓ ਬਦਲਿਆ ਵਾ। ਜਦੋਂ 1980 ਦੇ ਆਸ-ਪਾਸ ਮੈਂ ਗਵਰਨਮੈਂਟ ਜੌਬ ਜੁਆਇਨ ਕੀਤੀ ਸੀ, ਉਸ ਵੇਲੇ ਤਨਖਾਹ ਕਾਫੀ ਘੱਟ ਸੀ, 750 ਰੁਪਏ। ਪਰ ਹੁਣ ਹੌਲੀ-ਹੌਲੀ NP ਨੂੰ ਛੱਡ ਕੇ, ਜਿਹੜਾ ਨਾਨ ਪ੍ਰੈਕਟਾਈਜ਼ਿੰਗ ਅਲਾਊਂਸ ਨੂੰ ਛੱਡ ਕੇ, ਸਾਡੇ ਹੁਣ ਜਿਹੜੇ ਡਾਕਟਰ ਕੰਮ ਕਰ ਰਹੇ ਨੇ ਉਹਨਾਂ ਦੀਆਂ ਤਨਖਾਹਾਂ ਤਕਰੀਬਨ MBBS ਡਾਕਟਰ ਦੇ ਹੁਣ ਬਰਾਬਰ ਹੋ ਗਈਆਂ ਨੇ। ਅੱਛਾ, ਇਹ ਕਿੱਤੇ ਨੂੰ ਭਾਰਤ ਦੇ ਵਿੱਚ ਪਹਿਲੋਂ ਜ਼ਿਆਦਾ ਨਹੀਂ ਸੀ ਅਪਣਾਇਆ ਜਾਂਦਾ, ਲੇਕਿਨ ਹੁਣ ਅਸੀਂ ਵੇਖਦੇ ਹਾਂ ਕਿ ਕੈਨੇਡਾ ਵਰਗੀ ਧਰਤੀ ਤੇ ਬਹੁਤ ਸਾਰੇ ਇਸੇ ਪ੍ਰਕਾਰ ਸਾਨੂੰ ਹੋਮਿਓਪੈਥੀ, ਨੈਚੁਰਲਪੈਥ ਅਤੇ ਹੋਰ ਜਿਸ ਤਰ੍ਹਾਂ ਦੇ ਵੱਖ-ਵੱਖ ਪ੍ਰੋਸੀਜਰ ਹਨ ਮੈਡੀਕਲ ਦੇ ਵਿੱਚ, ਉਹ ਆਪਾਂ ਨੂੰ ਆਮ ਹੀ ਡਾਕਟਰ ਮਿਲਦੇ ਹਨ। ਹੁਣ ਕਿਉਂ ਇਹ ਜ਼ਿਆਦਾ ਪਾਪੂਲਰ ਹੋਈ ਹੈ? ਪਹਿਲੋਂ ਕਿਉਂ ਨਹੀਂ ਇੰਨੀ ਜ਼ਿਆਦਾ ਪਾਪੂਲਰ? ਸ਼ਾਇਦ ਲੋਕਾਂ ਨੂੰ ਹੁਣ ਜ਼ਿਆਦਾ ਜਾਗਰੂਕਤਾ ਆਈ ਹੈ। ਖਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚ ਕੋਈ 250 ਤੋਂ ਜ਼ਿਆਦਾ ਮੈਡੀਕਲ ਕਾਲਜਿਸ ਨੇ ਔਰ ਮੈਂ ਬੀਇੰਗ ਏ ਚੇਅਰਮੈਨ ਆਫ ਕਾਉਂਸਲ ਆਫ ਹੋਮਪੈਥਿਕ ਸਿਸਟਮ ਆਫ ਮੈਡੀਸਨ ਦਾ ਮੈਨੂੰ ਪੰਜਾਬ ਗਵਰਨਮੈਂਟ ਨੇ ਹੁਣ ਇਸ ਵੇਲੇ ਦਾਇਤਵ ਦਿੱਤਾ ਵਾ। ਮੈਂ ਉਹ ਡਿਊਟੀ ਨਿਭਾ ਰਿਹਾ ਵਾਂ। 3500 ਰਜਿਸਟਰਡ ਹੋਮਪੈਥਿਕ ਫਿਜ਼ੀਸ਼ੀਅਨ ਜਿਹੜੇ ਨੇ ਪੰਜਾਬ ਵਿੱਚ ਕੰਮ ਕਰ ਰਹੇ ਨੇ ਔਰ ਹਰ ਸਾਲ ਤਕਰੀਬਨ ਕੋਈ 4 ਮੈਡੀਕਲ ਕਾਲਜ ਨੇ ਪੰਜਾਬ ਦੇ ਵਿੱਚ ਔਰ ਰਲਾ ਮਿਲਾ ਕੇ ਕੋਈ 200 ਦੇ ਆਸ-ਪਾਸ ਹਰ ਸਾਲ ਨਵੇਂ ਹੋਮਪੈਥਿਕ ਫਿਜ਼ੀਸ਼ੀਅਨ ਜਿਹੜੇ ਫੀਲਡ 'ਚ ਆਉਂਦੇ ਨੇ, ਕਿਉਂਕਿ ਲੋਕਾਂ ਦੀਆਂ ਪੁਰਾਣੀਆਂ ਬਿਮਾਰੀਆਂ, ਗਹਿਰੀਆਂ ਬਿਮਾਰੀਆਂ ਦੇ ਨਾਲ ਠੀਕ ਹੁੰਦੀਆਂ ਨੇ, ਇਸ ਕਰਕੇ ਲੋਕੀ ਇਸ ਵੱਲ ਲੋਕਾਂ ਦਾ ਝੁਕਾਅ ਵੱਧ ਰਿਹਾ। ਥੋੜ੍ਹਾ ਜਿਹਾ ਅਸੀਂ ਪੰਜਾਬ ਗਵਰਨਮੈਂਟ ਦੀ ਵੀ ਗੱਲ ਕਰਦੇ ਹਾਂ ਕਿਉਂਕਿ ਤੁਸੀਂ ਚੇਅਰਮੈਨ ਹੋ। ਜੀ, ਪੰਜਾਬ ਗਵਰਨਮੈਂਟ ਵੱਲੋਂ ਇਹਦੇ ਵੱਲ ਕਿੰਨਾ ਕੁ ਧਿਆਨ ਦਿੱਤਾ ਜਾ ਰਿਹਾ ਹੈ ਆਪਣੇ ਹਸਪੀਟਲਾਂ ਦੇ ਵਿੱਚ? ਇਹ ਮੈਂ ਕਹਾਂਗਾ ਕਿ ਐਕਚੁਅਲੀ ਜਿੰਨਾ ਦੇਣਾ ਚਾਹੀਦਾ ਵਾ, ਬਹੁਤ ਸਾਰਾ ਸਰਮਾਇਆ, ਕਿਉਂਕਿ ਜਿਹੜੀ ਲੀਡਿੰਗ ਹਸਪੀਟਲ ਨੇ ਜਿਹੜੇ ਐਲੋਪੈਥਿਕ ਸਿਸਟਮ ਨਾਲ ਡੀਲ ਕਰਦੇ ਨੇ, ਬਹੁਤ ਸਾਰੇ ਫੰਡ ਉਹਨਾਂ ਵੱਲ ਡਾਇਵਰਟ ਕਰ ਦਿੱਤੇ ਜਾਂਦੇ ਨੇ, ਜਦੋਂ ਕਿ ਜਿਹੜੀਆਂ ਵੀ ਡਿਸਪੈਂਸਰੀਆਂ ਸਾਡੀਆਂ ਹੋਮਪੈਥਿਕ ਡਿਸਪੈਂਸਰੀਆਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜੀ
ਮਰੀਜ਼ਾਂ ਦੀ ਗਿਣਤੀ ਉਹ ਬਹੁਤ ਵਧੀਆ ਵਾ 100 ਦੇ ਆਸ-ਪਾਸ ਵੀ ਉਹ ਜਿਹੜੇ ਸਰਕਾਰੀ ਡਾਕਟਰ ਨੇ ਪੇਸ਼ੈਂਟ ਨੂੰ ਦੇਖਦੇ ਨੇ। ਪਰ ਇਹ ਥੋੜੀ ਜਿਹੀ ਮੁਸ਼ਕਲ ਆ ਕਿ ਜਿੰਨੇ ਫੰਡ ਸਾਨੂੰ ਮਿਲਣੇ ਚਾਹੀਦੇ ਨੇ ਹੋਮਪੈਥਿਕ ਡਿਪਾਰਟਮੈਂਟ ਨੂੰ ਮਿਲਣੇ ਚਾਹੀਦੇ ਨੇ ਉਹਨੇ ਨਹੀਂ ਦਿੱਤੇ ਜਾਂਦੇ, ਉਹਨੀਆਂ ਜੌਬ ਵੀ ਕ੍ਰੀਏਟ ਨਹੀਂ ਕੀਤੀਆਂ ਜਾਂਦੀਆਂ। ਜਿਸ ਤਰ੍ਹਾਂ ਤੁਸੀਂ ਕਿਹਾ 100 ਮਰੀਜ਼ ਦਿਹਾੜੀ 'ਚ ਵੇਖੇ ਜਾਂਦੇ? ਜੀ ਹਾਂ, ਬਿਲਕੁਲ। ਵਾਹ, ਇੰਨਾ ਵੱਡਾ ਨੰਬਰ। ਇਹ ਹਾਂਜੀ ਮਤਲਬ ਇਹ ਕਿਉਂਕਿ ਜਿਹੜੇ ਵੀ ਰੂਰਲ ਏਰੀਆ ਦੇ ਵਿੱਚ ਖਾਸ ਕਰਕੇ ਜਿਹੜੀਆਂ ਹੋਮਪੈਥਿਕ ਡਿਸਪੈਂਸਰੀਆਂ ਚੱਲਦੀਆਂ ਨੇ, ਸਾਡੇ ਡਾਕਟਰ ਉੱਥੇ ਕੰਮ ਕਰਦੇ ਨੇ ਬਹੁਤ ਸਾਰੇ ਥਾਵਾਂ ਤੇ, ਗਿਣਤੀ ਤਕਰੀਬਨ ਇਹਦੇ ਆਸ-ਪਾਸ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਡਾ ਵੀ ਕੋਈ ਸਵਾਲ ਹੋਵੇ ਤੇ ਤੁਸੀਂ ਵੀ ਜ਼ਰੂਰ ਸਵਾਲ ਕਰ ਸਕੋਗੇ। 416 640 0200 ਡਾਕਟਰ ਰਣਬੀਰ ਸਿੰਘ ਜੋਸਨ ਹਨ, ਇਹਨਾਂ ਦੀ ਆਪਣੀ ਪ੍ਰੈਕਟਿਸ ਵੀ ਹੈ ਤੇ ਇਹਨਾਂ ਦੇ ਆਪਣੇ ਕਲੀਨਿਕ ਵੀ ਹਨ। ਸੋ ਆਪਣੇ ਕਲੀਨਿਕਾਂ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਕਿ ਉੱਥੇ ਤੁਹਾਡੇ ਪਾਸ ਕਿਸ ਤਰ੍ਹਾਂ ਦੇ ਮਰੀਜ਼ ਆਉਂਦੇ? ਮੇਰਾ ਮੇਨ, ਜਦੋਂ ਮੈਂ ਗਵਰਨਮੈਂਟ ਜੌਬ ਛੱਡ ਦਿੱਤੀ ਤੇ ਮੇਰਾ ਜਿਹੜਾ ਮੇਨ ਹਸਪਤਾਲ ਆ ਉਹ ਮੈਂ ਆਪਣੇ ਹੀ ਪਿੰਡ ਦੇ ਵਿੱਚ ਫਤਿਹਪੁਰ ਰਾਜਪੂਤਾਂ ਜੋਸਨ ਹੋਲਿਸਟਿਕ ਸੈਂਟਰ ਦੇ ਨਾਮ ਨਾਲ ਸ਼ੁਰੂ ਕੀਤਾ। ਅੱਛਾ ਜੀ। ਸ਼ੁਰੂ ਦੇ ਵਿੱਚ ਤੇ ਉਹਨੂੰ ਅਸੀਂ ਹੋਮਪੈਥਿਕ ਸੈਂਟਰ ਦੇ ਨਾਲ ਹੀ ਕੀਤਾ, ਪਰ ਬਾਅਦ ਵਿੱਚ ਅਸੀਂ ਉਹਦੇ ਵਿੱਚ ਕੁਝ ਹੋਰ ਜਿਹੜੀਆਂ ਨੈਚੁਰਲ ਸਿਸਟਮ ਆਫ ਮੈਡੀਸਨ ਨੇ, ਜਿਨ੍ਹਾਂ ਦੇ ਵਿੱਚ ਕੁਝ ਆਯੁਰਵੇਦਾ ਦੀਆਂ ਕੁਝ ਵਿਧੀਆਂ ਨੇ, ਉਹਨਾਂ ਦੇ ਡਾਕਟਰ ਅਸੀਂ ਨਾਲ ਵਿਜ਼ਿਟਿੰਗ ਫਿਜ਼ੀਸ਼ੀਅਨ ਵਜੋਂ ਐਡ ਕੀਤੇ। ਪਰ ਕਿਉਂਕਿ ਰੂਰਲ ਏਰੀਆ ਦੇ ਵਿੱਚ ਖਾਲੀ ਇਹਨਾਂ ਵਿਧੀਆਂ ਦੇ ਨਾਲ ਕਈ ਵਾਰੀ ਵਾਇਬਲ ਕਰਨਾ ਪ੍ਰੋਜੈਕਟ ਨੂੰ ਥੋੜਾ ਜਿਹਾ ਮੁਸ਼ਕਲਾਂ ਆਉਂਦੀਆਂ ਨੇ, ਇਸ ਕਰਕੇ ਫਿਰ ਅਸੀਂ ਉਸ ਨੂੰ ਉਹਦੇ ਵਿੱਚ ਕੁਝ ਇੰਟੈਗ੍ਰੇਟਿਡ ਹਸਪੀਟਲ ਇਹਨੂੰ ਕਰ ਦਿੱਤਾ। ਡਿਲੀਵਰੀਜ਼ ਵਾਸਤੇ ਜਿਹੜੇ ਸਰਜਨ ਸਾਡੇ ਕੋਲ ਬਾਹਰੋਂ ਆਉਂਦੇ ਨੇ, ਔਰ ਜੇ ਬਿਲਕੁਲ ਕੋਈ ਐਮਰਜੈਂਸੀ ਹੋਵੇ ਤੇ ਲੋੜ ਪੈਣ ਤੇ ਆਪਰੇਸ਼ਨ ਤੱਕ ਦੀ ਸਾਡੇ ਕੋਲ ਸੁਵਿਧਾ ਉੱਥੇ ਹੈਗੀ। ਇਹ ਡਾਕਟਰ ਸਾਹਿਬ, ਤੁਸੀਂ ਪੰਜਾਬ ਦੇ ਇਸ ਖੇਤਰ ਦੇ ਵਿੱਚ ਚੇਅਰਮੈਨ ਹੋ ਤੇ ਆਪਾਂ ਨਿਤ ਪ੍ਰਤੀ ਦਿਨ ਵੇਖਦੇ ਹਾਂ ਕਿ ਡਾਕਟਰਾਂ ਵੱਲੋਂ ਬਹੁਤ ਜ਼ਿਆਦੀਆਂ ਜ਼ਿਆਦਤੀਆਂ ਕੀਤੀਆਂ ਜਾਂਦੀਆਂ ਮਰੀਜ਼ਾਂ ਦੇ ਨਾਲ, ਤੇ ਉਹਦਾ ਕਾਰਨ ਕੀ ਹੈ? ਤੁਸੀਂ ਕੀ ਸਮਝਦੇ ਹੋ, ਕਤਾਈ ਕਿੱਥੇ ਹੈ? ਦੇਖੋ ਜੀ, ਜਿਸ ਤਰ੍ਹਾਂ ਸਭ ਨੂੰ ਪਤਾ, ਅੱਜ ਤੋਂ ਕੋਈ 40-50 ਸਾਲ ਪਹਿਲਾਂ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਸੀ। ਪਰ ਹੁਣ ਹਾਲਾਤ ਇਹੋ ਜਿਹੇ ਹੋ ਗਏ ਨੇ, ਕਮਰਸ਼ੀਅਲਾਈਜੇਸ਼ਨ ਇਸ ਢੰਗ ਦੀ ਵੱਧ ਗਈ ਆ, ਜਿਹੜੇ ਕਾਰਪੋਰੇਟ ਹਾਊਸ ਇਸ ਢੰਗ ਦੇ ਆ ਗਏ ਨੇ ਹੈਲਥ ਸੈਕਟਰ ਦੇ ਵਿੱਚ। ਹੋਰ ਕਿਤੇ ਨਾ ਕਿਤੇ ਲੋਕੀ ਦੱਬੀ ਜ਼ਬਾਨ ਦੇ ਵਿੱਚ ਡਾਕਟਰ ਨੂੰ ਕਸਾਈ ਦਾ ਦਰਜਾ ਵੀ ਲੋਕਾਂ ਨੇ ਦੇਣਾ ਸ਼ੁਰੂ ਕਰਤਾ। ਘੱਟ ਤੋਂ ਘੱਟ ਪੰਜਾਬ ਦੇ ਆਸ-ਪਾਸ ਦੀ ਹਾਲਤ ਇਹ ਹੈ। ਉਹਦਾ ਕਾਰਨ ਸ਼ਾਇਦ ਇਹ ਹੀ ਹੈ ਕਿ ਲਾਲਚ ਵੱਧ ਗਿਆ ਵਾ। ਜਿਹੜੇ ਪੇਸ਼ੈਂਟ ਆਸਾਨੀ ਨਾਲ ਠੀਕ ਹੋ ਸਕਦੇ ਨੇ ਕੁਦਰਤੀ ਤਰੀਕਿਆਂ ਦੇ ਨਾਲ, ਉਹਨਾਂ ਦੀਆਂ ਸਰਜਰੀਆਂ ਵੀ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਬਾਈਪਾਸ ਵੀ ਕੀਤੇ ਜਾਂਦੇ ਨੇ, ਔਰ ਡਾਕਟਰਾਂ ਨੂੰ ਟੀਚੇ ਦਿੱਤੇ ਜਾਂਦੇ ਨੇ। ਇਹ ਸੱਚ ਆ, ਇਸ ਸੱਚ ਤੋਂ ਬਹੁਤ ਸਾਰੀ ਦੁਨੀਆ ਜਾਣੂ ਵੀ ਹੈ। ਜੇ ਡਾਕਟਰ ਸਾਹਿਬ, ਫਿਰ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਉਹਦੇ ਤੋਂ ਲੋਕੀ ਕੰਮ ਉੱਠਦੇ ਹਨ, ਜਿਸ ਤਰ੍ਹਾਂ ਤੁਸੀਂ ਕਿਹਾ ਡਾਕਟਰਾਂ ਨੂੰ ਰੱਬ ਦਾ ਰੂਪ ਦਿੱਤਾ ਜਾਂਦਾ ਹੈਗਾ, ਦਰਜਾ ਦਿੱਤਾ ਜਾਂਦਾ ਹੈਗਾ, ਤੇ ਜਦੋਂ ਅਜਿਹੀ ਉਹ ਗੱਲ ਕਰਦੇ ਹਨ ਤੇ ਸਾਰੇ ਡਾਕਟਰਾਂ ਤੇ ਇੱਕ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ। ਸੋ ਜਦੋਂ ਤੁਸੀਂ ਇਸ ਪੋਜੀਸ਼ਨ ਤੇ ਹੋ, ਸੋ ਤੁਸੀਂ ਕੀ ਐਕਸ਼ਨ ਲੈਂਦੇ ਹੋ? ਬੀਇੰਗ ਹੋਮਪੈਥਿਕ ਫਿਜ਼ੀਸ਼ੀਅਨ, ਹੋਮਪੈਥਿਕ ਜਥੇਬੰਦੀ ਦਾ ਚੇਅਰਮੈਨ ਹੋਣ ਦੇ ਨਾਤੇ, ਜਦੋਂ ਵੀ ਕੋਈ ਕੰਪਲੇਂਟ ਮੈਨੂੰ ਆਉਂਦੀ ਹੈ ਜ਼ੁਬਾਨੀ ਜਾਂ ਲਿਖਤੀ ਤੌਰ ਤੇ ਫਿਰ ਅਸੀਂ ਉਹਨਾਂ ਦੇ ਅਗੇਂਸਟ ਐਕਸ਼ਨ ਲੈਂਦੇ ਹਾਂ, ਕਿਉਂਕਿ ਮੇਰੀ ਜ਼ਿੰਮੇਵਾਰੀ ਹੋਮਪੈਥਿਕ ਫਿਜ਼ੀਸ਼ੀਅਨ ਦੇ ਪ੍ਰਤੀ ਹੈ। ਜੇ ਕੋਈ ਗਲਤ ਪ੍ਰੈਕਟਿਸ ਕਰਦਾ ਵਾ, ਕੋਡ ਆਫ ਕੰਡਕਟ ਸਾਡਾ ਬਣਿਆ ਵਾ, ਤੇ ਜੇ ਸਾਨੂੰ ਕੋਈ ਕੰਪਲੇਂਟ ਲਿਖਤੀ ਤੌਰ ਤੇ ਕਰਦਾ ਵਾ ਜਾਂ ਲੈਟਰ ਦੇ ਥਰੂ ਕਰਦਾ ਵਾ, ਅਸੀਂ ਉਹਦੇ ਅਗੇਂਸਟ ਐਕਸ਼ਨ ਲੈਂਦੇ ਹਾਂ। ਕੀ ਇਹ ਹੋਮਿਓਪੈਥੀ ਵਿੱਚ ਵੀ ਅਜਿਹੀਆਂ ਤੁਹਾਨੂੰ ਕੰਪਲੇਂਟਸ ਮਿਲਦੀਆਂ ਜਿਹੜੀਆਂ ਐਲੋਪੈਥੀ ਜਾਂ ਸਰਜਨ ਸਾਈਡ ਤੇ, ਸਰਜਰੀ ਦੇ ਸਾਈਡ ਤੇ ਹੁੰਦੀਆਂ? ਬਹੁਤ ਘੱਟ ਮਿਲਦੀਆਂ ਨੇ, ਕਿਉਂਕਿ ਹੋਮਪੈਥਿਕ ਫਿਜ਼ੀਸ਼ੀਅਨ ਨੇ ਮੈਡੀਸਨ ਦੇ ਨਾਲ ਹੀ ਇਲਾਜ ਕਰਨਾ ਹੁੰਦਾ ਵਾ। ਪਰ ਕੁਛ 1-2% ਇਹੋ ਜਿਹੇ ਫਿਜ਼ੀਸ਼ੀਅਨ ਕਈ ਵਾਰੀ ਆ ਜਾਂਦੇ ਨੇ ਰੂਰਲ ਸਾਈਡ ਦੇ ਉੱਪਰ, ਜਿਨ੍ਹਾਂ ਨੂੰ ਪੂਰੀ ਉਹਨਾਂ ਨੂੰ ਐਲੋਪੈਥਿਕ ਸਿਸਟਮ ਦੀ ਜਾਣਕਾਰੀ ਨਹੀਂ ਹੁੰਦੀ। ਜਦੋਂ ਐਲੋਪੈਥਿਕ ਦਵਾਈਆਂ ਵਰਤਦੇ ਨੇ, ਕੋਈ ਨੁਕਸਾਨ ਹੁੰਦਾ ਵਾ, ਤੇ ਫਿਰ ਅਸੀਂ ਉਹਨਾਂ ਦੇ ਅਗੇਂਸਟ ਬਣਦੀ ਕਾਰਵਾਈ ਕਰਦੇ ਹਾਂ। ਕਿੰਨੇ ਕੁ ਇਸ ਵੇਲੇ ਜਿਹੜੇ ਆ ਕਲੀਨਿਕਸ, ਜੇਕਰ ਆਪਾਂ ਆਲ ਓਵਰ ਪੰਜਾਬ ਵੇਖੀਏ, ਹੋਮਿਓਪੈਥੀ ਦੇ ਪ੍ਰਾਈਵੇਟ ਤੇ ਅੰਡਰ ਗਵਰਨਮੈਂਟ ਦੇ ਚੱਲ ਰਹੇ? ਗਵਰਨਮੈਂਟ ਦੇ ਅਦਾਰੇ ਤੇ ਕੋਈ 250 ਦੇ ਆਸ-ਪਾਸ ਨੇ ਜਿਹੜੀਆਂ ਡਿਸਪੈਂਸਰੀ ਕੰਮ ਕਰ ਰਹੀਆਂ ਨੇ। ਬਾਕੀ ਤਕਰੀਬਨ ਜਿੰਨੇ ਵੀ ਕੁਆਲੀਫਾਈਡ ਡਾਕਟਰ ਆਉਂਦੇ ਨੇ, ਉਹਨਾਂ ਨੂੰ ਆਪਣੀ ਪ੍ਰੈਕਟਿਸ ਹੀ ਸਟੈਬਲਿਸ਼ ਕਰਨੀ ਪੈਂਦੀ ਹੈ। ਪ੍ਰਾਈਵੇਟ ਤੌਰ ਤੇ ਪ੍ਰੈਕਟਿਸ ਜ਼ਿਆਦਾ
ਫਿਜ਼ੀਸ਼ੀਅਨ ਕਰ ਰਹੇ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ 'ਚ ਹੈ। ਜਿਹੜੀ ਆਪਾਂ ਗੱਲ ਕਰਦੇ ਹਾਂ ਐਲੋਪੈਥੀ, ਜਿਹੜੇ ਕਿ ਆਮ ਆਪਾਂ ਹਸਪੀਟਲ ਵੇਖਦੇ ਹਾਂ ਅੱਜ ਕੱਲ, ਜੇਕਰ ਵੇਖਿਆ ਜਾਵੇ ਕਿ ਹਸਪੀਟਲ ਘੱਟ ਹਨ ਤੇ ਠੇਕੇ ਜ਼ਿਆਦੇ ਹਨ, ਜੀ ਕਿ ਉੱਥੇ ਜਦੋਂ ਆਪਾਂ ਗੱਲ ਉਸ ਖੇਤਰ ਦੀ ਕਰਦੇ ਹਾਂ, ਤੁਸੀਂ ਉਹਦੇ ਨਾਲ ਕਿੰਨੇ ਕੁ ਸਹਿਮਤ ਹੋ ਕਿ ਪੰਜਾਬ ਦੇ ਵਿੱਚ ਇਸ ਵੇਲੇ ਠੇਕਿਆਂ ਦੀ ਗਿਣਤੀ ਜ਼ਿਆਦਾ, ਹਸਪੀਟਲਾਂ ਦੀ ਘੱਟ ਆ? ਤੁਹਾਡਾ ਕੀ ਮੰਨਣਾ? ਇਹ ਗੱਲ ਤੇ ਬਿਲਕੁਲ ਠੀਕ ਆ। ਇਹਦਾ ਥੋੜੇ ਜਿਹੇ ਲੈਵਲ ਤੇ ਵਿਰੋਧ ਵੀ ਹੁੰਦਾ ਵਾ। ਤੁਹਾਡਾ ਠੇਕਾ ਦਾ ਮਤਲਬ ਤੁਹਾਡਾ ਸ਼ਰਾਬ ਦੇ ਠੇਕਿਆਂ ਤੋਂ ਹਾਂਜੀ ਹਾਂਜੀ। ਔਰ ਸਿਹਤ ਨਾਲ ਖਿਲਵਾੜ ਹੋ ਰਿਹਾ ਵਾ। ਸ਼ਹਿਰਾਂ ਦੇ ਵਿੱਚ ਤੇ ਹਰ ਨੁੱਕਰ ਦੇ ਉੱਤੇ ਠੇਕਾ ਵਾ, ਹਰ ਪਿੰਡ ਦੇ ਵਿੱਚ ਵੀ ਠੇਕਾ ਵਾ, ਔਰ ਇਹਦੇ ਉੱਤੇ ਕਿਸੇ ਨਾ ਕਿਸੇ ਲੈਵਲ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਕਿ ਹੋਮਿਓਪੈਥੀ ਵਿੱਚ ਵੀ ਅਜਿਹੀਆਂ ਡਰੱਗਸ ਹਨ ਜਿਹੜੀਆਂ ਕਿ ਐਲੋਪੈਥੀ ਦੇ ਵਿੱਚ ਨਸ਼ੇ ਦੇ ਤੌਰ ਤੇ ਵਰਤੀਆਂ ਜਾਂਦੀਆਂ? ਇਸ ਤਰ੍ਹਾਂ ਦੀ ਦਵਾਈ ਹੋਮਿਓਪੈਥੀ ਦੇ ਵਿੱਚ ਨਹੀਂ ਹੈਗੀ ਜਿਹੜੀ ਅਲਕੋਹਲ ਦਾ ਬਦਲ ਬਣ ਸਕੇ। ਅੱਛਾ। ਇਸ ਕਰਕੇ ਇਸ ਤਰ੍ਹਾਂ ਦੀ ਕੋਈ ਵੀ, ਜਿਸ ਤਰ੍ਹਾਂ ਅੰਗਰੇਜ਼ੀ ਦਵਾਈਆਂ ਦੇ ਵਿੱਚ ਬਹੁਤ ਸਾਰੀਆਂ ਕੈਮੀਕਲਸ ਨੇ, ਬਹੁਤ ਸਾਰੀਆਂ ਡਰੱਗਸ ਨੇ ਜਿਹਨਾਂ ਨੂੰ ਨਸ਼ੇ ਦੇ ਤੌਰ ਤੇ ਲੋਕੀ ਇਸਤੇਮਾਲ ਕਰਦੇ ਆ। ਕਾਊਂਟਰ ਸੇਲ ਹੁੰਦੀ ਹੈ ਪਿੰਡਾਂ ਦੇ ਵਿੱਚ, ਕਰਿਆਨੇ ਦੀਆਂ ਦੁਕਾਨਾਂ ਤੋਂ ਕਈ ਵਾਰੀ ਉਹ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੋਮਿਓਪੈਥੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਡਰੱਗ ਨਾਮ ਦੀ ਜਾਂ ਟੌਕਸਿਕ ਡਰੱਗ ਨਾਮ ਦੀ ਇਸ ਤਰ੍ਹਾਂ ਦੀ ਕੋਈ ਦਵਾਈ ਨਹੀਂ ਹੈਗੀ। ਕੀ ਹੋਮਿਓਪੈਥੀ ਦੇ ਨਾਲ ਜਿਹੜੇ ਨਸ਼ੇ ਹਨ ਛੁਡਾਏ ਜਾ ਸਕਦੇ ਹਨ? ਬਿਲਕੁਲ ਬਿਲਕੁਲ, ਕਿਉਂਕਿ ਨਸ਼ਿਆਂ ਦਾ ਸੰਬੰਧ ਬੰਦੇ ਦੀ ਮਾਨਸਿਕਤਾ ਦੇ ਨਾਲ ਆ, ਮਨ ਦੇ ਨਾਲ ਆ। ਮਨੋਵਿਗਿਆਨ ਤੌਰ ਤੇ ਲੋਕੀ ਕਿਤੇ ਨਾ ਕਿਤੇ ਡਿਪੈਂਡੈਂਟ ਹੋਏ ਹੁੰਦੇ ਆ, ਔਰ ਹੋਮਿਓਪੈਥੀ ਦਾ ਬੇਸਿਕ ਰੂਲ ਹੀ ਇਹ ਆ ਕਿ ਉਸ ਬੰਦੇ ਦੀ ਜਿਹੜੀ ਮਾਨਸਿਕ ਦਸ਼ਾ ਉਹਨੂੰ ਕਿਸ ਢੰਗ ਨਾਲ ਬਦਲਣਾ ਵਾ। ਇਸ ਕਰਕੇ ਜਿਹੜਾ ਵੀ ਅੱਛਾ ਕੁਆਲੀਫਾਈਡ ਹੋਮਿਓਪੈਥਿਕ ਫਿਜ਼ੀਸ਼ੀਅਨ ਆ, ਉਹ ਪਹਿਲਾਂ ਸਾਰੀ ਹਿਸਟਰੀ ਲੈ ਕੇ ਜਿਸਮ ਦੀ, ਮਨ ਦੀ, ਉਹ ਫਿਰ ਡਿਸਾਈਡ ਕਰਦਾ ਵਾ ਕਿ ਕਿਹੜੀ ਮੈਡੀਸਨ ਉਹਨੂੰ ਮਿਲਣੀ ਚਾਹੀਦੀ ਹੈ। ਔਰ ਜਦੋਂ ਰਾਈਟ ਮੈਡੀਸਨ, ਸਹੀ ਮੈਡੀਸਨ ਉਸ ਪੇਸ਼ੈਂਟ ਨੂੰ ਮਿਲਦੀ ਆ, ਆਪਣੇ ਆਪ ਹੀ ਉਹਦੀ ਜਿਹੜੀ ਰੁਚੀ ਹੈ ਨਸ਼ਿਆਂ ਦੇ ਵਿੱਚ ਘਟਣੀ ਸ਼ੁਰੂ ਹੋ ਜਾਂਦੀ ਹੈ। ਤੁਹਾਡੇ ਕਲੀਨਿਕ ਦੇ ਵਿੱਚ ਅਜਿਹੇ ਰੋਗੀ ਆਉਂਦੇ ਹਨ ਜਿਹੜੇ ਕਿ ਨਸ਼ਾ ਛੁਡਾਉਣ ਆਉਂਦੇ ਹਨ? ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ 2 ਕਲੀਨਿਕ ਹਨ, ਕਿੰਨੇ ਬੈੱਡ ਦੇ ਹਨ ਤੇ ਉਸ ਬਾਰੇ ਦੱਸੋ। ਮੇਰਾ ਜਿਹੜਾ ਮੇਨ ਹਸਪੀਟਲ ਆ ਜੋਸਨ ਹੋਲਿਸਟਿਕ ਸੈਂਟਰ ਐਂਡ ਨਰਸਿੰਗ ਹੋਮ, ਉਹਦੇ ਵਿੱਚ ਕੋਈ ਰਲਾ ਮਿਲਾ ਕੇ 40 ਬੈੱਡ ਦਾ ਹਸਪੀਟਲ ਆ। ਬਹੁਤ ਜ਼ਿਆਦਾ ਤੇ ਨਹੀਂ, ਪਰ ਨਸ਼ਿਆਂ ਨਾਲ ਸੰਬੰਧਿਤ ਜਦੋਂ ਅਸੀਂ ਡੀ ਐਡਿਕਸ਼ਨ ਕਰਦੇ ਆ, ਉਹਨਾਂ ਦੀ ਡੀਟੌਕਸੀਫਿਕੇਸ਼ਨ ਕਰਦੇ ਆ, ਸਾਡੇ ਕੋਲ ਅਲੱਗ-ਅਲੱਗ ਪ੍ਰੋਸੀਜਰ ਨੇ ਤੇ ਇਸ ਢੰਗ ਦੇ ਪੇਸ਼ੈਂਟ ਵੀ ਸਾਡੇ ਕੋਲ ਆਉਂਦੇ ਨੇ। ਕਿੰਨੇ % ਉਹਨਾਂ ਸਫਲਤਾ ਮਿਲਦੀ? ਪਰਸੈਂਟ ਨੋਇੰਗਲੀ, ਵੋਲੰਟਰਲੀ ਬਹੁਤ ਜ਼ਿਆਦਾ ਲੋਕੀ ਨਹੀਂ ਆਉਂਦੇ। ਉਹਨਾਂ ਦੇ ਪਰਿਵਾਰ ਦੇ ਮੈਂਬਰ ਕਈ ਵਾਰੀ ਉਹਨਾਂ ਨੂੰ ਲੈ ਕੇ ਆਉਂਦੇ ਨੇ ਕਿ ਬੰਦਾ ਦਿਨ ਰਾਤ ਦਾਰੂ ਪੀਂਦਾ ਵਾ ਜਾਂ ਕੋਈ ਨਸ਼ਾ ਕਰਦਾ ਵਾ, ਤੇ ਉਹਨਾਂ ਦੀ ਅਸੀਂ ਜਦੋਂ ਮਾਨਸਿਕ ਤੌਰ ਤੇ ਰੋਗੀ ਖੁਦ ਤਿਆਰ ਹੋ ਜਾਂਦਾ ਕਿ ਮੇਰਾ ਇਲਾਜ ਕਰਨਾ, ਤਾਂ ਉੱਥੇ ਸਾਨੂੰ ਸਫਲਤਾ ਜ਼ਿਆਦਾ ਮਿਲਦੀ ਹੈ। ਪਰ ਜਿੱਥੇ ਜ਼ਬਰਦਸਤੀ ਨੂੰ ਫੜ ਕੇ ਲਿਆ ਜਾਂਦਾ ਵਾ, ਉਹ ਫਿਰ ਜਦੋਂ ਅਸੀਂ ਹਸਪੀਟਲ 'ਚੋਂ ਛੁੱਟੀ ਦਿੰਦੇ ਆ, ਫਿਰ ਉਹਦੀ ਦਸ਼ਾ ਉਹੀ ਹੋ ਜਾਂਦੀ ਹੈ, ਕਿਉਂਕਿ ਉਹਦੀ ਸੁਸਾਇਟੀ ਚੇਂਜ ਨਹੀਂ ਹੁੰਦੀ, ਉਹਦੀ ਦੋਸਤ ਚੇਂਜ ਨਹੀਂ ਹੁੰਦੇ, ਫਿਰ ਉਸੇ ਘੁੰਮਣ ਕੇ ਰੀਚ ਚਲਾ ਜਾਂਦਾ ਵਾ। ਡਾਕਟਰ ਸਾਹਿਬ, ਜਦੋਂ ਆਪਾਂ ਦੂਜੇ ਆਮ ਸਧਾਰਨ ਹਸਪੀਟਲਾਂ ਦੀ ਗੱਲ ਕਰਦੇ ਹਾਂ ਜਿਹੜੇ ਕਿ ਭਰਮਾਰ ਹੈ, ਕੰਪੈਰੇਟਿਵਲੀ ਜਦੋਂ ਅਸੀਂ ਹੋਮਿਓਪੈਥੀ ਦੀ ਗੱਲ ਕਰਦੇ ਹਾਂ ਤੇ ਇਹ ਘੱਟ ਹਨ, ਫੀਸ ਦਾ ਕਿੰਨਾ ਕੁ ਅੰਤਰ ਹੁੰਦਾ? ਫੀਸ ਦਾ ਅੰਤਰ ਤੇ ਬਹੁਤ ਜ਼ਿਆਦਾ ਵਾ, ਕਿਉਂਕਿ ਹੋਮਿਓਪੈਥਿਕ ਮੈਡੀਸਨ ਬਹੁਤੀਆਂ ਮਹਿੰਗੀਆਂ ਨਹੀਂ ਹੁੰਦੀਆਂ। ਇਹ ਫਿਰ ਵੀ ਡਾਕਟਰ ਦੀ ਕਾਬਲੀਅਤ ਤੇ ਨਿਰਭਰ ਕਰਦਾ ਵਾ। ਜਿਹੜੇ ਪੋਸਟ ਗ੍ਰੈਜੂਏਟ ਡਾਕਟਰ ਨੇ ਹੋਮਿਓਪੈਥੀ ਦੇ ਵਿੱਚ, ਉਹਨਾਂ ਦੀ ਤਕਰੀਬਨ 100-200 ਦੇ ਆਸ-ਪਾਸ ਉਹਨਾਂ ਦੀ ਫੀਸ ਹੁੰਦੀ ਹੈ। ਅੱਛਾ ਜੀ। ਕੰਪੈਰੀਟਿਵਲੀ ਜਿਹੜੇ ਸੁਪਰ ਸਪੈਸ਼ਲਿਸਟ ਨੇ ਉਹਨਾਂ ਦੀ ਫੀਸ ਤੇ ਕਈ ਵਾਰੀ ਹਜ਼ਾਰਾਂ ਰੁਪਈਆਂ 'ਚ ਹੋ ਜਾਂਦੀ ਹੈ। ਜਿਹੜੇ ਡਾਕਟਰ ਨੇ ਡਿਗਰੀ ਪਾਸ ਕੀਤੀ ਹੈ, ਇਹ ਜਗ੍ਹਾ ਤੋਂ ਜਗ੍ਹਾ, ਪਿੰਡ ਤੋਂ ਪਿੰਡ, ਸ਼ਹਿਰ ਤੋਂ ਸ਼ਹਿਰ, ਲੋਕੈਲਿਟੀ ਵਾਈਜ਼ ਨਿਰਭਰ ਕਰਦਾ ਵਾ ਕਿ ਉਹਦੀ ਫੀਸ ਜਿਹੜੀ ਕਿੰਨੀ ਹੋਏਗੀ। ਚਾਹੇ ਆਪਾਂ ਦੇਖਦੇ ਹਾਂ ਕਿ ਲੋਕਾਂ ਦਾ ਝੁਕਾਓ ਹੋਮਿਓਪੈਥੀ ਵੱਲ ਹੈ, ਲੇਕਿਨ ਇੰਨਾ ਨਹੀਂ ਹੈ ਜਿੰਨਾ ਕਿ ਲੋਕਾਂ ਦਾ ਹੋਣਾ ਚਾਹੀਦਾ, ਪੜ੍ਹੇ ਲਿਖੇ ਵਰਗ ਦਾ। ਇਹਦਾ ਕਾਰਨ ਪਹਿਲਾਂ ਵੀ ਈਵਨ ਤੁਸੀਂ ਦੱਸਿਆ ਹੈ, ਜਦੋਂ ਆਪਾਂ ਇਹਨੂੰ ਡੂੰਘਾਈ ਦੇ ਤੌਰ ਤੇ ਜਾਂਦੇ ਹਾਂ, ਨਾਪਦੇ ਹਾਂ, ਇਹਨੂੰ ਐਨਾਲਾਈਜ਼ ਕਰਦੇ ਹਾਂ, ਤੁਹਾਡਾ ਕੀ ਆਪਣਾ ਮੰਨਣਾ? ਮੇਰਾ ਇਹ ਮੰਨਣਾ ਜੀ, ਕਿਉਂਕਿ ਜਦੋਂ ਆਪਾਂ ਕੋਈ ਇਮੀਡੀਏਟ ਆਪਾਂ ਨੂੰ ਕਿਸੇ ਫਾਇਦੇ ਦੀ ਲੋੜ ਹੁੰਦੀ ਹੈ, ਕੋਈ ਦਰਦ ਹੋਣ ਡਈ ਆ, ਐਨਾਲਜੈਸਿਕ ਜਿਹੜੇ ਨੇ ਦਰਦਨਾਸ਼ਕ ਦਵਾਈਆਂ ਉਸ ਵੇਲੇ ਕੰਮ ਕਰਦੀਆਂ ਨੇ। ਕਿਸੇ ਨੂੰ ਰਾਤ ਨੂੰ ਨੀਂਦ ਨਹੀਂ ਆਉਣ ਦੀ, ਇਮੀਡੀਏਟ ਉਸ ਵੇਲੇ ਗੋਲੀ ਖਾਦੀ ਉਸ ਵੇਲੇ। ਇਸ ਕਰਕੇ ਲੋਕਾਂ ਨੇ ਆਪਣੀ ਹੈਬਿਟ ਇਸ ਢੰਗ ਦੀ ਬਣਾ ਲਈ ਹੈ ਕਿ ਆਪਾਂ ਭੱਜਦੇ ਆ ਐਲੋਪੈਥਿਕ ਮੈਡੀਸਨ ਵੱਲ, ਕਿਉਂਕਿ ਉਹਨਾਂ ਦੇ ਇਮੀਡੀਏਟ ਇਫੈਕਟ ਹੁੰਦੇ ਨੇ, ਪਰ ਉਹ ਆਪਾਂ ਨੂੰ ਬਾਰ-ਬਾਰ ਲੈਣੀਆਂ ਪੈਂਦੀਆਂ ਨੇ।
ਹੋਮਪੈਥਿਕ ਮੈਡੀਸਨ ਦੇ ਵਿੱਚ ਸ਼ਾਇਦ ਇਸ ਕਰਕੇ ਥੋੜੀ ਇਹਦੀ ਪਪੂਲੈਰਿਟੀ ਦੀ ਬਹੁਤ ਜ਼ਿਆਦਾ ਵਧਣ ਦਾ ਇੱਕ ਇਹ ਵੀ ਕਾਰਨ ਆ ਕਿ ਇਹ ਥੋੜਾ ਜਿਹਾ ਸਲੋ ਇਫੈਕਟ ਕਰਦੀ ਹੈ। ਮੈਡੀਸਨ ਜਿਹੜੀ ਹੈ ਕੁਛ ਲੰਮਾ ਸਮਾਂ ਲੈਣੀ ਪੈਂਦੀ ਹੈ, ਇਸ ਕਰਕੇ ਵੀ ਸ਼ਾਇਦ ਜਿੰਨੇ ਲੋਕ ਇਹ ਨਾਲ ਜੁੜਨੇ ਚਾਹੀਦੇ ਨੇ ਸ਼ਾਇਦ ਨਹੀਂ ਜੁੜ ਸਕੇ। ਪੜ੍ਹਿਆ ਲਿਖਿਆ ਤਬਕਾ ਵੀ ਇੰਨਾ ਨਹੀਂ ਇਹ ਗੱਲ ਸਮਝਦਾ ਕਿ ਜਿਹੜੀ ਐਲੋਪੈਥੀ ਹੈ ਸਾਈਡ ਇਫੈਕਟ ਬਹੁਤ ਹੈ ਕੰਪੈਰੀਟਿਵਲੀ ਹੋਮਿਓਪੈਥੀ ਦੇ ਬਰਾਬਰ, ਤੇ ਪਰ ਫਿਰ ਵੀ ਉਹ ਕਿਉਂ ਨਹੀਂ ਲੋਕ ਸਮਝ ਰਹੇ? ਇਹਦੇ 'ਚ ਕੋਈ ਘਾਟ ਹੈ ਐਜੂਕੇਸ਼ਨ ਦੀ ਜਾਂ ਅਵੇਅਰਨੈਸ ਦੀ? ਬਿਲਕੁਲ ਮੈਂ ਮਹਿਸੂਸ ਕਰਦਾ ਹਾਂ ਕਿ ਈਵਨ ਜਿਹੜੇ ਵੀ ਮੇਰੇ ਹੋਮਪੈਥਿਕ ਫਿਜ਼ੀਸ਼ੀਅਨ ਇਸ ਧਰਤੀ ਦੇ ਉੱਤੇ ਮੇਰੀ ਗੱਲ ਨੂੰ ਸੁਣ ਰਹੇ ਆ, ਸ਼ਾਇਦ ਉਹ ਮੇਰੇ ਨਾਲ ਸਹਿਮਤ ਹੋਣਗੇ ਕਿ ਹੋਮਿਓਪੈਥੀ ਦੇ ਵਿੱਚ ਵੀ ਜੋ ਕੁਝ ਡਾਕਟਰ ਹੈਨੀਮੈਨ ਸਾਹਿਬ ਨੇ 250 ਸਾਲ ਪਹਿਲਾਂ ਕਿਹਾ ਸੀ, ਸ਼ਾਇਦ ਅਜੇ ਵੀ ਬਹੁਤ ਸਾਰੇ ਹੋਮਿਓਪੈਥਿਕ ਪ੍ਰੈਕਟੀਸ਼ਨਰ ਉਹ ਉਸ ਢੰਗ ਦਾ ਕੰਮ ਨਹੀਂ ਕਰ ਰਿਹਾ। ਉਹਦੇ ਵਿੱਚ ਮੈਂ ਇੱਕ ਗੱਲ ਸਾਰਿਆਂ ਦੀ ਨੌਲੇਜ 'ਚ ਲਿਆਉਣੀ ਚਾਹਾਂਗਾ ਕਿ ਡਾਕਟਰ ਹੈਨੀਮੈਨ ਸਾਹਿਬ ਨੇ ਜਿਨ੍ਹਾਂ ਨੇ ਹੋਮਿਓਪੈਥੀ ਦਾ ਇਹ ਸਿਸਟਮ ਸ਼ੁਰੂ ਕੀਤਾ, ਉਹਨਾਂ ਨੇ ਦਵਾਈਆਂ ਦੇ ਨਾਲ ਨਾਲ ਕਿਹਾ ਸੀ ਕਿ ਤੁਹਾਨੂੰ ਐਗਜ਼ੀਲਰੀ ਮੈਥਡ ਵੀ ਵਰਤਣੇ ਚਾਹੀਦੇ ਨੇ ਜੇ ਤੁਸੀਂ ਪੇਸ਼ੈਂਟ ਨੂੰ 100% ਠੀਕ ਕਰਨਾ। ਉਸ ਵੇਲੇ ਦਾ ਜੋ ਸਮਾਂ ਸੀ, ਉਸ ਵੇਲੇ ਉਹਨਾਂ ਨੇ ਮੈਡੀਸਨ ਦੇ ਨਾਲ ਕਿਹਾ ਤੁਸੀਂ ਮੈਗਨੇਟਿਜ਼ਮ ਵਰਤੋ, ਹਿਪਨੋਟਿਜ਼ਮ ਵਰਤੋ, ਮਸਾਜ ਵਰਤੋ, ਕੋਲਡ ਬਾਥ, ਹੌਟ ਬਾਥ ਵਰਤੋ। ਜਿਹੜੀ ਉਹਨਾਂ ਦੀ ਬੇਸਿਕ ਬੁੱਕ ਆ ਆਰਗਨ ਆਫ ਮੈਡੀਸਨ, ਉਹਦੇ ਵਿੱਚ ਉਹਨਾਂ ਨੇ 259 ਸੈਕਸ਼ਨ ਤੋਂ ਲੈ ਕੇ 290 ਸੈਕਸ਼ਨ ਤੱਕ ਇਹੀ ਗੱਲਾਂ ਕੀਤੀਆਂ ਸੀ। ਪਰ ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ 98% ਵੀ ਨਹੀਂ ਬਲਕਿ ਮੈਂ ਕਹਾਂਗਾ ਕਿ 99% ਹੋਮਿਓਪੈਥਿਕ ਫਿਜ਼ੀਸ਼ੀਅਨ ਵੀ ਉਹ ਐਗਜ਼ੀਲਰੀ ਮੈਥਡਸ ਨਹੀਂ ਵਰਤ ਰਹੇ। ਜੇ ਉਹਨਾਂ ਦੇ ਵਿੱਚ ਮੋਡੀਫਿਕੇਸ਼ਨ, ਜਿਸ ਤਰ੍ਹਾਂ ਡਾਕਟਰ ਹੈਨੀਮੈਨ ਸਾਹਿਬ ਨੇ 6 ਐਡੀਸ਼ਨ ਆਪਣੀ ਜਿਹੜੀ ਜਿਹਨੂੰ ਅਸੀਂ ਹੋਮਿਓਪੈਥੀ ਦੀ ਬਾਈਬਲ ਕਹਿੰਦੇ ਆ, ਉਹਦੇ ਆਪਣੇ ਸਮੇਂ 'ਚ 6 ਐਡੀਸ਼ਨ ਬਣਾਏ, ਪਰ ਕਿਉਂਕਿ 1921 ਤੋਂ ਬਾਅਦ ਲਾਸਟ ਐਡੀਸ਼ਨ ਉਹਨਾਂ ਦਾ ਪਬਲਿਸ਼ ਹੋਇਆ, ਉਹਦੇ ਬਾਅਦ ਇਹਦੇ ਉੱਤੇ ਕੋਈ ਗੱਲ ਨਹੀਂ ਹੋ ਸਕੀ। ਜੇ ਅੱਜ ਡਾਕਟਰ ਹੈਨੀਮੈਨ ਜਿਨ੍ਹਾਂ ਨੇ ਹੋਮਿਓਪੈਥੀ ਦੀ ਸ਼ੁਰੂਆਤ ਕੀਤੀ ਅੱਜ ਜਿੰਦਾ ਹੁੰਦੇ ਤੇ ਸ਼ਾਇਦ ਅੱਜ ਕੋਈ 12ਵਾਂ 20ਵਾਂ ਜਾਂ 36ਵਾਂ ਆਰਗਨ ਦਾ ਐਡੀਸ਼ਨ ਚਾਲੂ ਹੁੰਦਾ, ਉਹਦੇ ਵਿੱਚ ਬਹੁਤ ਕੁਝ ਐਡ ਹੋ ਚੁੱਕਾ ਹੁੰਦਾ। ਮੇਰਾ ਨੈਸ਼ਨਲ ਲੈਵਲ ਤੇ ਔਰ ਇੰਟਰਨੈਸ਼ਨਲ ਲੈਵਲ ਤੇ ਹੋਮਿਓਪੈਥੀ ਬਾਰੇ ਮੰਨਣਾ ਵਾ ਕਿ ਸਾਨੂੰ ਜਿਹੜੀਆਂ ਹੋਰ ਨੈਚੁਰਲ ਸਾਇੰਸਿਸ ਨੇ ਉਹਨਾਂ ਨੂੰ ਹੋਮਿਓਪੈਥੀ ਦੇ ਨਾਲ ਜੋੜਨਾ ਚਾਹੀਦਾ ਵਾ, ਜਿਹਦੇ ਵਿੱਚ ਜੋ ਮੈਨੂੰ ਪਰਮਾਤਮਾ ਨੇ ਮੈਨੂੰ ਕੰਮ ਕਰਨ ਦਾ ਮੌਕਾ ਦਿੱਤਾ ਵਾ ਕਿ ਜੇ ਅਸੀਂ ਸਾਹਾਂ ਦੀਆਂ ਕੁਝ ਕਿਰਿਆਵਾਂ ਜਿਹਨੂੰ ਅਸੀਂ ਪ੍ਰਾਣਾਯਾਮ ਕਹਿੰਦੇ ਆ ਜਾਂ ਪਵਨ ਯੋਗ ਕਹਿੰਦੇ ਆ, ਹੋਮਿਓਪੈਥਿਕ ਮੈਡੀਸਨ ਦੇ ਨਾਲ ਉਹ ਕਿਰਿਆਵਾਂ ਜੋੜ ਦਿੱਤੀਆਂ ਜਾਣ ਤੇ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਸਕਦੇ ਆ। ਇਹੀ ਕੰਮ ਮੈਂ ਆਪਣੇ ਹਸਪੀਟਲ ਦੇ ਵਿੱਚ ਕਰ ਰਿਹਾ ਵਾਂ। ਸਾਡੇ ਜਿਹੜੇ ਜਿੰਨੇ ਵੀ OPD ਪੇਸ਼ੈਂਟ ਨੇ ਉਹਨਾਂ ਨੂੰ ਐਤਵਾਰ 2 ਘੰਟੇ ਦੀ ਕਲਾਸ ਆਣ ਕੇ ਪਵਨ ਯੋਗ ਦੀ ਕਰਨੀ ਪੈਂਦੀ ਹੈ। ਅੱਛਾ ਜੀ। ਹਰ ਐਤਵਾਰ ਇੱਕ ਸਿਲੇਬਸ ਆ, ਉਸ ਹਿਸਾਬ ਨਾਲ ਜਿਹੜੇ ਵੀ ਪੇਸ਼ੈਂਟ ਉਹ ਗੱਲਾਂ ਸਿੱਖ ਕੇ ਮੈਡੀਸਨ ਦੇ ਨਾਲ ਨਾਲ ਹੋਮਿਓਪੈਥਿਕ ਮੈਡੀਸਨ ਦੇ ਨਾਲ ਨਾਲ ਕਰਦੇ ਨੇ, ਉਹਨਾਂ ਨੂੰ ਬਹੁਤ ਵਧੀਆ ਲਾਭ ਹੁੰਦਾ। ਡਾਕਟਰ ਸਾਹਿਬ, ਕੀ ਨਵੀਆਂ ਰਿਸਰਚ ਵੀ ਹੁੰਦੀਆਂ ਰਹਿੰਦੀਆਂ ਹਨ ਹੋਮਿਓਪੈਥੀ ਦੇ ਵਿੱਚ, ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੋਮਿਓਪੈਥੀ ਦੇ ਪਿਤਾਮਾ ਨੇ ਜੋ ਗ੍ਰੰਥ ਲਿਖ ਦਿੱਤੇ ਉਹਨਾਂ 'ਚ ਵਾਧਾ ਨਹੀਂ ਹੋਇਆ? ਸੋ ਤੁਹਾਡਾ ਕੀ ਮੰਨਣਾ ਹੈ ਕਿ ਇਸ ਵੇਲੇ ਰਿਸਰਚ ਹੋ ਰਹੀਆਂ ਹਨ? ਰਿਸਰਚ ਅਲੱਗ-ਅਲੱਗ ਮੁਲਕਾਂ ਦੇ ਵਿੱਚ ਆਪਣੇ ਢੰਗ ਨਾਲ ਰਿਸਰਚ ਇੱਥੇ ਹੋ ਰਹੀ ਹੈ। ਨਵੀਆਂ ਮੈਡੀਸਨ ਵੀ ਹਰ ਸਾਲ ਕੁਝ ਹੋਮਿਓਪੈਥਿਕ ਮੈਡੀਸਨ ਦੇ ਵਿੱਚ ਮਟੀਰੀਆ ਮੈਡੀਕਾ ਦੇ ਵਿੱਚ ਐਡ ਹੁੰਦੀਆਂ ਨੇ। ਬਹੁਤ ਸਾਰਾ ਰਿਸਰਚ ਵਰਕ ਚੱਲ ਰਿਹਾ ਵਾ, ਪਰ ਕਿਉਂਕਿ ਇਹ ਏਡਾ ਵੱਡਾ ਫੀਲਡ ਆ ਕਿ ਹਰ ਇੱਕ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਬਣ ਜਾਂਦੀ ਹੈ। ਮੇਰੀ ਜ਼ਿੰਮੇਵਾਰੀ ਜਿਹੜੇ ਦੇ ਵਿੱਚ ਐਗਜ਼ੀਲਰੀ ਮੈਥਡ ਨੇ ਕਿ ਸਾਨੂੰ ਕੁਦਰਤ ਦੇ ਨਾਲ ਜੁੜਨ ਦੀ ਲੋੜ ਆ। ਅਸੀਂ ਉਹਦੇ ਵਿੱਚ ਕੁਦਰਤ ਦੇ ਨਾਲ ਜੁੜਨ ਵਾਸਤੇ ਸਾਹਾਂ ਦੀਆਂ ਐਕਸਰਸਾਈਜ਼ਾਂ ਦੇ ਵਿੱਚ ਆਕਸੀਜਨ ਨੂੰ ਐਜ ਏ ਦਵਾਈ ਕਿਸ ਤਰ੍ਹਾਂ ਵਰਤਣਾ ਵਾ, ਪਾਣੀ ਨੂੰ ਐਜ ਏ ਦਵਾਈ ਕਿਸ ਤਰ੍ਹਾਂ ਵਰਤਣਾ ਵਾ, ਖੁਰਾਕ ਨੂੰ ਐਜ ਏ ਦਵਾਈ ਕਿਸ ਤਰ੍ਹਾਂ ਵਰਤਣਾ ਵਾ, ਅਸੀਂ ਇਸ ਗੱਲ ਦਾ ਹੋਮਿਓਪੈਥੀ ਦੇ ਨਾਲ ਮੈਂ ਪ੍ਰਚਾਰ ਕਰਦਾ ਵਾਂ ਤਾਂ ਕਿ ਬਹੁਤ ਸਾਰੇ ਲੋਕ ਇਹਦੇ ਬਾਰੇ ਅਵੇਅਰ ਹੋ ਸਕਣ। ਸੋ ਸਾਡੇ ਕਹਿਣ ਦਾ ਭਾਵ ਆ ਕਿ ਉਹ ਮੈਡੀਸਨ ਦੀ ਵਰਤੋਂ ਕਰਦੇ ਨਾਲ ਕੁਦਰਤ ਦੇ ਜਿਹੜੇ ਕੋਈ ਨਾ ਕੋਈ ਆਪਾਂ ਨੂੰ ਦਿੱਤੇ ਗਏ ਸਾਧਨ ਹਨ, ਮਨੁੱਖ ਨੂੰ ਉਹਨਾਂ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਔਰ ਪ੍ਰੋਪਰ ਢੰਗ ਨਾਲ। ਕਈਆਂ ਨੂੰ ਕਰਨਾ ਨਹੀਂ ਆਉਂਦਾ, ਫਿਰ ਉਹ ਕੀ ਕਰਨ? ਇਹਦੇ ਵਾਸਤੇ ਮੈਂ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਇਹਨੂੰ ਸਿੰਪਲੀਫਾਈ ਕਰਨ ਵਾਸਤੇ ਗੁਰੂ ਨਾਨਕ ਦੇ ਸ਼ਬਦ ਦੀ ਅਸੀਂ ਮਦਦ ਲਈ ਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਪਵਨ ਵਿਚਲੀ ਜਿਹੜੀ ਆਕਸੀਜਨ ਆ ਉਹ ਵਾਕਿਆ ਗੁਰੂ ਦਾ ਕੰਮ ਕਿਸ ਤਰ੍ਹਾਂ ਕਰਦੀ ਆ, ਇਹ ਅਸੀਂ ਆਪਣੇ ਹਸਪੀਟਲ ਦੇ ਵਿੱਚ ਟ੍ਰੇਨਿੰਗ ਦਿੰਦੇ ਆ। ਅੱਛਾ ਜੀ। ਪਾਣੀ ਵਾਕਿਆ ਹੀ ਪਿਤਾ ਦਾ ਕੰਮ ਕਿਸ ਤਰ੍ਹਾਂ ਕਰਦਾ ਵਾ, ਸਾਰੇ
ਇਸ ਧਰਤੀ ਦੇ ਉੱਤੇ ਤੇ ਸਭ ਨੂੰ ਪਤਾ ਵਾ ਕਿ ਉਹ ਪ੍ਰੋਟੈਕਸ਼ਨ ਕਰਦਾ ਵਾ, ਪਰ ਸਾਡੇ ਅੰਦਰ ਵੀ ਉਹ ਕਿਸ ਤਰ੍ਹਾਂ ਪ੍ਰੋਟੈਕਸ਼ਨ ਦਾ ਕੰਮ ਕਰਦਾ ਵਾ, ਇਹਦੀ ਅਸੀਂ ਟ੍ਰੇਨਿੰਗ ਦਿੰਦੇ ਆ। ਵੇਖਣ ਨੂੰ ਬੇਸ਼ੱਕ ਇਹ ਗੱਲ ਸਿੰਪਲ ਜੀ ਲੱਗਦੀ ਹੈ, ਪਰ ਜੇ ਹਰ ਕੋਈ ਬੰਦਾ ਜਾਗਰੂਕ ਹੋ ਕੇ ਸਵੇਰੇ ਉੱਠਦੇ ਸਾਰ 2 ਗਲਾਸ ਪਾਣੀ ਤੋਂ ਲੈ ਕੇ 1.25 ਲੀਟਰ ਤੱਕ ਪਾਣੀ ਪੀਵੇ, ਹਰ 2 ਘੰਟਿਆਂ ਬਾਅਦ 1 ਗਲਾਸ ਪਾਣੀ ਪੀਵੇ, ਹਰ ਖਾਣਾ ਖਾਣ ਤੋਂ ਪਹਿਲਾਂ 1 ਗਲਾਸ ਪਾਣੀ ਪੀਵੇ, ਐਵਰੇਜ ਦਿਨ ਦੇ ਵਿੱਚ 10-12 ਗਲਾਸ ਪਾਣੀ ਪੀਵੇ, ਤੇ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਉਹ ਬਚ ਸਕਦਾ ਵਾ। ਡਿਟੌਕਸੀਫਿਕੇਸ਼ਨ ਉਹਦੀ ਆਪਣੇ ਆਪ ਬਾਡੀ ਦੀ ਹੁੰਦੀ ਰਹਿੰਦੀ ਹੈ। ਪਰ ਜੇ ਗੁਰੂ ਨਾਨਕ ਦੀ ਇਸ ਗੱਲ ਨੂੰ ਸਮਝ ਕੇ ਜੁੜ ਕੇ ਪੀਵੇ ਕਿ ਵਾਕਈ ਪਾਣੀ ਪੀਤਾ ਵਾ, ਤੇ ਫਿਰ ਉਹਦਾ ਹੋਰ ਵੀ ਅਸਰ ਜ਼ਿਆਦਾ ਹੁੰਦਾ ਵਾ। ਅੱਛਾ ਡਾਕਟਰ ਸਾਹਿਬ, ਤੁਸੀਂ ਗੱਲ ਬਹੁਤ ਵਧੀਆ ਕੀਤੀ ਕਿ ਪਾਣੀ ਪੀਵੇ, ਲੇਕਿਨ ਜਦੋਂ ਆਪਾਂ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਹਾਂ, ਉਹ ਤੇ ਇੰਨਾ ਜ਼ਿਆਦਾ ਪਲੀਤ ਹੋ ਚੁੱਕਾ, ਤੇ ਤੁਸੀਂ ਸਮਝਦੇ ਨਹੀਂ ਕਿ ਉਹਦੇ ਨਾਲ ਹੋਰ ਵੀ ਬਿਮਾਰੀਆਂ ਲੱਗਣਗੀਆਂ। ਜੇਕਰ ਪਾਣੀ ਨਹੀਂ ਠੀਕ, ਜਿਹੜਾ 75% ਸਾਡੀ ਬਾਡੀ ਦੇ ਵਿੱਚ ਆ, ਤੇ ਜੇਕਰ ਉਹ ਇੰਨਾ ਆਪਾਂ ਪੀਵਾਂਗੇ ਤੇ ਉਹ ਹੋਰ ਵੀ ਸਾਡੀ ਬਾਡੀ ਨੂੰ ਬਰਬਾਦ ਕਰੇਗਾ। ਤੁਹਾਡਾ ਕੀ ਮੰਨਣਾ? ਬਿਲਕੁਲ ਬਿਲਕੁਲ ਪਨੂ ਸਾਹਿਬ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਨਾ ਸਮਝੀ ਕਰਕੇ ਪਹਿਲਾਂ ਤਾਂ ਅਸੀਂ ਆਪਣੇ ਪਾਣੀ ਦਾ ਲੈਵਲ ਘਟਾ ਲਿਆ ਵਾ, ਬੜਾ ਉੱਪਰੋਂ ਜਿਹੜਾ ਪਾਣੀ ਚੱਕ ਕੇ, ਤੇ ਫਿਰ ਦੂਸਰਾ ਕੀਟਨਾਸ਼ਕ ਦਵਾਈਆਂ ਪਾ ਕੇ, ਪੈਸਟੀਸਾਈਡ ਤੋਂ ਲੈ ਕੇ ਖਾਦਾਂ ਪਾ ਕੇ ਅਸੀਂ ਆਪਣੇ ਪਾਣੀ ਨੂੰ ਖੁਦ ਗੰਦਾ ਕਰ ਲਿਆ ਵਾ। ਹੁਣ ਮਜਬੂਰੀ ਹੈ, ਜਾਂ ਤੇ ਅਸੀਂ 200 250 300 ਫੁੱਟ ਤੋਂ ਪਾਣੀ ਚੱਕ ਕੇ ਟੈਸਟ ਕਰਾ ਕੇ ਉਹ ਪੀਏ, ਜੇ ਉਹ ਨਹੀਂ ਮਿਲਦਾ ਤੇ ਫਿਰ ਕੁਦਰਤੀ ਗੱਲ ਆ ਅਸੀਂ ਫਿਲਟਰ ਕਰਕੇ ਪਾਣੀ ਨੂੰ ਪੀਏ। ਹੁਣ ਤਕਰੀਬਨ ਜਿਹੜਾ ਵੀ ਥੋੜਾ ਜਿਹਾ ਵੀ ਜਾਗਰੂਕ ਘਰ ਆ ਪੰਜਾਬ ਦੇ ਵਿੱਚ, ਹਰ ਘਰ ਦੇ ਅੰਦਰ ਫਿਲਟਰ, ਆਰਓ ਸਿਸਟਮ ਵਗੈਰਾ, ਉਹ ਕਈ ਵਾਰੀ ਫਾਇਦਾ ਕਰਨ ਦੀ ਬਜਾਏ ਉਹ ਚੀਜ਼ਾਂ ਨੁਕਸਾਨ ਵੀ ਕਰ ਰਹੀਆਂ ਨੇ। ਜਿਸ ਤਰ੍ਹਾਂ ਤੁਸੀਂ ਕਿਹਾ ਆਰਓ ਜਾਂ ਫਿਲਟਰ, ਮੇਰਾ ਆਪਣਾ ਮੰਨਣਾ ਕਿ ਆਰਓ ਜਦੋਂ ਸਿਸਟਮ ਦੇ ਨਾਲ ਬਹੁਤ ਸਾਰੇ ਉਹਦੇ 'ਚ ਹਾਂ ਬੈਕਟੀਰੀਆ ਜ਼ਰੂਰ ਮਰ ਜਾਂਦਾ, ਲੇਕਿਨ ਜਿਹੜੇ ਉਹਦੇ ਮਿਨਰਲ ਹਨ ਉਹਨਾਂ ਨੂੰ ਉਹ ਸਾੜ ਦਿੰਦਾ ਹੋਵੇਗਾ। ਜੇਕਰ ਆਪਾਂ ਫਿਲਟਰ ਦੀ ਗੱਲ ਕਰੀਏ ਤੇ ਉਹ ਨਿੱਕੇ ਨਿੱਕੇ ਕੰਕਰਾਂ ਨੂੰ ਜਾਂ ਮਿੱਟੀ ਨੂੰ ਤੇ ਕੱਢ ਦੇਗਾ, ਲੇਕਿਨ ਜਿਹੜਾ ਉਹਦਾ ਕ੍ਰਿਸਟਲ ਹੈ, ਪਾਣੀ ਦਾ ਜਿਹੜਾ ਮਾਧਿਅਮ ਹੈ ਬੰਦ ਦਾ, ਜੇਕਰ ਉਹਦੇ ਵਿੱਚ ਹੀ ਕੁਝ ਇੰਜੈਕਟ ਹੋ ਗਿਆ ਹੈ, ਉਹਨੂੰ ਕਿੱਦਾਂ ਕੱਢਿਆ ਜਾਊਗਾ? ਗੱਲ ਫਿਰ ਉਹੀ ਆ ਕਿ ਜੇਕਰ ਸਾਡੀ ਬਾਡੀ ਨੂੰ ਗਲਤ ਪਾਣੀ ਮਿਲ ਗਿਆ ਤੇ ਉਹ ਹੀ ਪਹਿਲਾਂ ਤਾਂ ਮੈਂ ਇਹ ਸਮਝਦਾ ਕਿ ਆਪਾਂ ਨੂੰ ਜਿਹੜੇ ਉੱਥੋਂ ਦੇ ਸੋਮੇ ਹਨ ਉਹਨਾਂ ਨੂੰ ਵੀ ਦਰੁਸਤ ਕਰਨਾ ਪਊਗਾ। ਬਿਲਕੁਲ। ਤੇ ਦਵਾਈ ਤੇ ਫਿਰ ਠੀਕ ਹੀ ਲੱਗੇਗੀ ਨਾ। ਤੇ ਜੇਕਰ ਆਪਾਂ ਹਵਾ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਇੰਨਾ ਜ਼ਿਆਦਾ ਪੋਲਿਊਸ਼ਨ ਹੈ ਕਿ ਆਪਾਂ ਨੂੰ ਚਾਹੇ ਉਹ ਨਹੀਂ ਦਿਸਦਾ, ਲੇਕਿਨ ਹੈ ਤੇ ਹੈ ਨਾ ਪੋਲਿਊਸ਼ਨ। ਜੇਕਰ ਦਿੱਲੀ ਦੀ ਗੱਲ ਕਰਦੇ ਹਾਂ, ਉੱਥੇ ਜਿਹੜਾ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ, ਡੀਜ਼ਲ ਦੀ ਨਹੀਂ ਕੀਤੀ ਜਾਂਦੀ ਹੈਗੀ, ਪੈਟਰੋਲ ਦੀ ਹੁੰਦੀ ਆ, ਲੇਕਿਨ ਉਹ ਹਵਾ ਦੇ ਵਿੱਚ ਕਣ ਉੱਡਦੇ ਰਹੇ ਹਨ, ਜਿਹੜੀ ਕੀ ਕਹਿੰਦੇ ਹਨ ਕਿ ਜਿਹੜੀ ਇੱਥੇ ਅਸੀਂ ਪ੍ਰੋਪੇਨ ਕਹਿੰਦੇ ਆ, ਤੇ ਉੱਥੇ ਜਿਹੜੀ ਸੀਐਨਜੀ ਸਿੱਕਾ ਵੱਧ ਗੈਸ ਬਹੁਤ ਜ਼ਿਆਦਾ, ਹਾਂਜੀ ਸੀਐਨਜੀ ਆ, ਉਸ ਦੀ ਵਰਤੋਂ ਕੀਤੀ ਜਾਂਦੀ ਹੈ, ਤੇ ਉਹ ਤੇ ਨਿਰੀ ਸਾਡੇ ਅੰਦਰ ਜਿਹੜੀ ਆ ਗੈਸਾਂ ਹੀ ਤੱਕ ਰਹੀ ਆ। ਮੇਰਾ ਇਹ ਮੰਨਣਾ ਕਿ ਜਿੰਨੀ ਦੇਰ ਤੱਕ ਉਹਨਾਂ ਤੇ ਨਹੀਂ ਕੁਦਰਤ ਦੇ ਜਿਹੜੇ ਆ ਸਾਨੂੰ ਦਿੱਤੇ ਹੋਏ ਸਾਧਨ, ਉਹਨਾਂ ਨੂੰ ਪ੍ਰੋਪਰ ਯੂਟਿਲਾਈਜ਼ ਨਹੀਂ ਕੀਤਾ ਜਾਂਦਾ, ਤੇ ਅਸੀਂ ਕੋਈ ਵੀ ਦਵਾਈ ਲਈ ਜਾਈਏ ਉਹ ਨਹੀਂ ਠੀਕ ਹੋਵਾਂਗੇ, ਚਾਹੇ ਉਹ ਐਲੋਪੈਥੀ ਹੈ, ਚਾਹੇ ਨੈਚੁਰਲੋਪੈਥੀ ਹੈ, ਚਾਹੇ ਹੋਮਿਓਪੈਥੀ ਹੈ। ਤੁਹਾਡਾ ਕੀ ਮੰਨਣਾ? ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਨਾਲ 100% ਐਗਰੀ ਕਰਦਾ ਕਿ ਇਹ ਜਿਹੜੀਆਂ ਬੇਸਿਕ ਚੀਜ਼ਾਂ ਨੇ, ਜਿੰਨਾ ਚਿਰ ਤੱਕ ਇਹਨਾਂ ਨੂੰ ਆਪਾਂ ਸਹੀ ਢੰਗ ਨਾਲ ਨਹੀਂ ਇਸਤੇਮਾਲ ਕਰਦੇ, ਬੇਸ਼ੱਕ ਗਵਰਨਮੈਂਟ ਜਿਹੜੀਆਂ ਨੇ ਉਹ ਕੋਸ਼ਿਸ਼ ਕਰ ਰਹੀਆਂ ਨੇ। ਜਿਸ ਤਰ੍ਹਾਂ ਅੱਜ ਤੋਂ ਕੁਝ 20 ਸਾਲ ਪਹਿਲਾਂ ਦਿੱਲੀ ਦੇ ਵਿੱਚ, ਖਾਸ ਕਰਕੇ ਆਜ਼ਾਦਪੁਰ ਮੰਡੀ ਦੇ ਆਸ-ਪਾਸ, ਹਵਾ ਦੇ ਵਿੱਚ ਆਕਸੀਜਨ ਦਾ ਲੈਵਲ ਜਿਹੜਾ ਉਹ 13-14% ਰਹਿ ਗਿਆ ਸੀ। ਕੁਝ ਤਬਦੀਲੀਆਂ ਕੀਤੀਆਂ, ਸੀਐਨਜੀ ਦੇ ਵਾਹਨ ਚਲਾਏ, ਮੈਟਰੋ ਚੱਲੀ, ਥੋੜੀ ਜੀ ਹਾਲਤ ਸੁਧਰੀ ਅੱਗੇ ਨਾਲੋਂ। ਇਸੇ ਢੰਗ ਨਾਲ ਜੇ ਗਵਰਨਮੈਂਟ ਚਾਹਵੇ, ਔਰ ਗਵਰਨਮੈਂਟ ਕੱਲੀ ਵੀ ਕੁਝ ਨਹੀਂ ਕਰ ਸਕਦੀ, ਇਹ ਤੇ ਲੋਕਾਂ ਦੀ ਪਾਰਟਿਸਿਪੇਸ਼ਨ ਜ਼ਰੂਰੀ ਹੈ। ਮੇਰਾ ਇਸ ਟੌਪਿਕ ਨੂੰ ਲੈ ਕੇ ਬਾਰ-ਬਾਰ ਇਹ ਗੱਲ ਕਹਿਣੀ ਕਿ ਪਾਣੀ ਨੂੰ ਸਹੀ ਰੱਖੋ, ਹਵਾ ਨੂੰ ਸਹੀ ਰੱਖੋ, ਕਿਉਂਕਿ ਹਵਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਵਾ ਕਿ ਇਹ ਗੁਰੂ ਆ, ਉਹਨੂੰ ਗੁਰੂ ਮੰਨਦੇ ਸਨ। ਆਪਾਂ ਨੂੰ ਕੀ ਹਰਜਾ ਉਹਨੂੰ ਗੁਰੂ ਮੰਨਣ ਤੋਂ ਬਿਨਾਂ? ਹਾਂਜੀ। ਪਾਣੀ ਨੂੰ ਜੇ ਉਹਨਾਂ ਨੇ ਪਿਤਾ ਦਾ ਦਰਜਾ ਦਿੱਤਾ ਵਾ, ਜੇ ਇਸ ਢੰਗ ਨਾਲ ਆਪਾਂ ਸੋਚਾਂਗੇ ਤੇ ਫਿਰ ਸਾਡੀ ਇਹਨਾਂ ਨੈਚੁਰਲ ਜਿਹੜੇ ਰਿਸੋਰਸਿਸ ਨੇ ਉਹਨਾਂ ਪ੍ਰਤੀ ਸਾਡੀ ਭਾਵਨਾਵਾਂ ਵੀ ਬਦਲੇਗੀ, ਅਸੀਂ ਉਹਨਾਂ ਚੀਜ਼ਾਂ ਦਾ ਖਿਆਲ ਵੀ ਰੱਖਾਂਗੇ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਤਾਬ ਵੀ ਇੱਕ ਲਿਖੀ ਹੈ, ਤੇ ਜਿਸ ਤਰ੍ਹਾਂ ਤੁਸੀਂ ਪਵਨ ਗੁਰੂ ਪਾਣੀ ਪਿਤਾ ਦੀ ਵੀ ਗੱਲ ਕੀਤੀ ਹੈ, ਤੇ ਮਾਤਾ ਧਰਤ ਮਾਤ, ਤੁਸੀਂ, ਮੇਰਾ ਆਪਣਾ ਮੰਨਣਾ ਕਿ ਹਵਾ ਗੁਰੂ ਸਾਡੀ ਉਹ ਕਿਸ ਤਰ੍ਹਾਂ, ਕਿਉਂਕਿ ਉਹ ਸਾਨੂੰ ਇੱਕ ਸਾਹ ਦਿੰਦੀ ਹੈ, ਸਾਡਾ ਉਹ ਮੈਸੇਜ ਕੈਰੀ ਕਰਨ ਦੇ ਵਿੱਚ
ਇੱਕ ਜਿਸ ਤਰ੍ਹਾਂ ਗੁਰੂ ਸਾਨੂੰ ਮੈਸੇਜ ਦਿੰਦਾ ਹੈ ਤੇ ਉਹਦੇ ਤੋਂ ਸਾਨੂੰ ਜੀਵਨ ਸੁਧਾਰਨ ਦਾ ਇੱਕ ਮੌਕਾ ਮਿਲਦਾ ਹੈ। ਇਸੇ ਤਰੀਕੇ ਨਾਲ ਹਵਾ ਜਿਹੜੀ ਮੇਰੇ ਗੱਲ ਆ ਤੁਹਾਡੇ ਤੱਕ ਪਹੁੰਚਾਉਣ ਤੱਕ ਉਹ ਕਾਮਯਾਬ ਹੁੰਦੀ ਹੈ। ਬਿਲਕੁਲ। ਜੇਕਰ ਉਹ ਲੇਅਰ ਕੱਢ ਦਿੱਤੀ ਜਾਵੇ ਤਾਂ ਤੁਹਾਨੂੰ ਮੇਰੀ ਆਵਾਜ਼ ਨਹੀਂ ਸੁਣੇਗੀ, ਜਿਹੜੀ ਇੱਕ ਕੈਰੀ ਕਰਨ ਵਾਲੀ ਲੇਅਰ ਹੈ। ਸੋ ਤੁਹਾਡੀ ਕਿਤਾਬ ਦੇ ਵਿੱਚ ਇਸ ਪ੍ਰਤੀ ਕੀ ਮੈਸੇਜ ਹੈ? ਦੇਖੋ, ਮੈਂ ਜਦੋਂ ਇਸ ਕਿਤਾਬ ਦੀ ਗੱਲ ਕਰਦਾ ਵਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ, ਵੇਖਣ ਨੂੰ ਲੱਗਦਾ ਕਿ ਸ਼ਾਇਦ ਇਹ ਕੋਈ ਥੋੜਾ ਜਿਹਾ ਸਪਿਰਿਚੁਅਲ ਵਿਸ਼ਾ ਹੋਏਗਾ ਜਾਂ, ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਸ ਟੋਟਲੀ ਸਾਇੰਟੀਫਿਕ ਬੁੱਕ, ਸਿਹਤ ਨਾਲ ਜੁੜੀ ਹੋਈ ਕਿਤਾਬ ਆ। ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਪਵਨ ਵਿਚਲੀ ਆਕਸੀਜਨ ਵਾਕਿਆ ਹੀ ਗੁਰੂ ਦਾ ਕੰਮ ਕਰਦੀ ਹੈ। ਇਹਨੂੰ ਥੋੜਾ ਜਿਹਾ ਸਮਝਣ ਵਾਸਤੇ ਮੈਂ ਇਸ ਢੰਗ ਨਾਲ ਕਹਾਂਗਾ ਕਿ ਜਦੋਂ ਅਸੀਂ ਲੰਬਾ ਸਾਹ ਲੈਂਦੇ ਆ, ਫੇਫੜਿਆਂ ਦੇ ਵਿੱਚ ਜਿਹੜੇ ਸਾਡੇ ਲਾਲ ਸੈੱਲ ਨੇ ਉਹ ਆਕਸੀਜਨ ਨੂੰ ਚੂਸ ਲੈਂਦੇ ਆ ਔਰ ਦਿਲ ਧੜਕਦਾ ਵਾ, ਦਿਲ ਪੰਪ ਕਰਦਾ ਵਾ, ਇੱਕ ਇੱਕ ਕਣ ਜਿਹੜਾ ਵਾ ਉਹ ਇੱਕ ਇੱਕ ਕੋਸ਼ਿਕਾ ਤੱਕ ਪਹੁੰਚਦਾ ਵਾ, ਸੈੱਲ ਤੱਕ ਪਹੁੰਚਦਾ ਵਾ। ਸੈੱਲ ਤੱਕ ਹੀ ਨਹੀਂ ਪਹੁੰਚਦਾ, ਮਾਈਟੋਕੌਂਡਰੀਆ ਦੇ ਵਿੱਚ ਜਾ ਕੇ ਜਦੋਂ એનર્ਜੀ ਪੈਦਾ ਕਰਦਾ ਵਾ, ਮੈਡੀਕਲ ਭਾਸ਼ਾ ਦੇ ਵਿੱਚ ਜਿਹਨੂੰ ਅਸੀਂ ATP ਕਹਿੰਦੇ ਆ, ਐਡੀਨੋ ਟ੍ਰਾਈਫਾਸਫੇਟ ਕਹਿੰਦੇ ਆ, ਉਹੀ એનર્ਜੀ ਫਿਰ ਜੈਨੇਟਿਕ ਲੈਵਲ ਦੇ ਵਿੱਚ ਜਿਹੜੇ ਸਾਡੇ DNA ਲੈਵਲ ਦੇ ਉੱਤੇ ਉਹ ਗਿਆਨ ਨੂੰ ਸਾਂਭ ਕੇ ਰੱਖਦੀ ਹੈ, ਗੁਰੂ ਦਾ ਕੰਮ ਕਰਦੀ ਹੈ। ਉਸ ਤੋਂ ਹੀ ਫਿਰ ਸਾਰਾ ਸਿਸਟਮ ਚੱਲਦਾ ਵਾ। ਜਿਹੜਾ ਇਹ ਜਿਹੜਾ ਸਿਸਟਮ ਆ, ਜਿਹੜੀ ਇਹ ਆਮ ਤੌਰ ਤੇ ਆਪਾਂ ਇਸ ਢੰਗ ਨਾਲ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਲ ਨੂੰ ਇਸ ਢੰਗ ਨਾਲ ਸਮਝਣਾ ਚਾਹੀਦਾ ਸੀ, ਪਰ ਆਪਾਂ ਇਸ ਢੰਗ ਨਾਲ ਸਮਝਿਆ ਨਹੀਂ। ਆਪਾਂ ਤਾਂ ਸਿਰਫ ਦਿਨ ਦੇ ਵਿੱਚ ਜਦੋਂ ਵੀ ਕੋਈ ਕਿਸੇ ਵੀ ਢੰਗ ਦਾ ਪਾਠ ਹੁੰਦਾ ਵਾ ਤੇ ਇਸ ਸ਼ਲੋਕ ਤੇ ਸਦਾ ਪੜਿਆ ਜਾਂਦਾ ਵਾ, ਪਵਨ ਗੁਰੂ ਪਾਣੀ ਪਿਤਾ। ਪਰ ਇਹਨੂੰ ਇੰਨੀ ਬਰੀਕੀ ਨਾਲ ਜੇ ਆਪਾਂ ਸਮਝਾਂਗੇ ਤੇ ਫਿਰ ਆਪਾਂ ਇਹਦੇ ਨਾਲ ਹੋਰ ਜੁੜਾਂਗੇ, ਫਿਰ ਆਪਾਂ ਨੂੰ এনवायरमेंट ਪ੍ਰਤੀ ਹੋਰ ਜਾਗਰੂਕ ਹੋਵਾਂਗੇ। ਹੁਣ ਜਦੋਂ ਪਾਣੀ ਪਿਤਾ ਦੀ ਆਪਾਂ ਗੱਲ ਕਰਦੇ ਆ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪਹਿਲਾ ਪਾਣੀ ਜੀਓ ਹੈ। ਪਰ ਅਜੇ ਤੱਕ ਆਪਾਂ ਨੂੰ ਜਿੰਨੇ ਵੀ ਸਕੂਲਾਂ 'ਚ ਆਪਾਂ ਪੜ੍ਹਦੇ ਆ, ਆਪਾਂ ਨੂੰ ਇਹ ਸਿਖਾਇਆ ਗਿਆ ਸੀ ਕਿ the first living thing on this universe is unicellular amoeba ਵਾ। ਹਾਂਜੀ। ਪਰ ਗੁਰੂ ਨਾਨਕ ਦੇਵ ਜੀ ਤੇ ਨਹੀਂ ਐਗਰੀ ਕਰਦੇ ਇਸ ਗੱਲ ਦੇ ਨਾਲ। ਉਹ ਕਹਿੰਦੇ ਨੇ ਪਹਿਲਾ ਪਾਣੀ ਜੀਓ, the first living thing on this earth is water। ਔਰ ਮੈਨੂੰ ਲੱਗਦਾ ਕਿ ਇਸ ਢੰਗ ਦਾ ਕੰਮ ਸਿੱਖ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਵਾ, ਬਲਕਿ ਜਿਹੜੀ ਸਾਡੀ ਸਿਰਮੌਰ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੂੰ ਵੀ ਇਸ ਢੰਗ ਨਾਲ ਸੋਚਣਾ ਚਾਹੀਦਾ ਵਾ। ਜਦੋਂ ਕਿ ਇਹ ਪ੍ਰੂਵ ਕਰ ਦਿੱਤਾ ਜਾਪਾਨ ਦੇ ਡਾਕਟਰ ਸੁਮਾਰੋ ਇਮਾਟੋ ਨੇ ਕਿ ਵਾਟਰ ਇਜ਼ ਅ ਲਿਵਿੰਗ ਥਿੰਗ। ਮੈਂ ਕਈ ਵਾਰੀ ਮੇਰੇ ਮਨ 'ਚ ਮੈਂ ਬਹੁਤ ਸਾਰੇ ਸੱਜਣਾਂ ਨਾਲ ਵੀ ਗੱਲ ਕੀਤੀ ਹੈ ਕਿ ਉਹਨਾਂ ਦੀ ਪਿਛਲੇ ਸਾਲ ਅਜੇ ਡੈਥ ਹੋਈ ਹੈ, ਉਹਨਾਂ ਨੇ 60 ਸਾਲ ਪਾਣੀ ਦੇ ਉੱਤੇ ਕੰਮ ਕੀਤਾ। ਅੱਛਾ ਜੀ। ਔਰ ਉਹਨਾਂ ਨੇ ਆਪਣੀ ਲੈਬੋਰਟਰੀ ਦੇ ਵਿੱਚ ਇਹ ਪ੍ਰੂਵ ਕਰ ਦਿੱਤਾ ਕਿ ਵਾਟਰ ਇਜ਼ ਅ ਲਿਵਿੰਗ ਥਿੰਗ। ਉਹ ਸ਼ਬਦ ਨੂੰ ਸੁਣਦੀ ਆ, ਉਹ ਦੇਖਦੀ ਆ, ਉਹ ਚੇਤਨ ਆ, ਆਪਣੇ ਵਿੱਚ ਸਾਂਭ ਕੇ ਰੱਖਦੀ ਹੈ। ਕੋਈ ਵੀ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਵਾ, ਗੂਗਲ 'ਚ ਜਾ ਕੇ ਕੋਈ ਵੀ ਵਾਟਰ ਮੈਮਰੀ ਜਾਂ ਡਾਕਟਰ ਸਮਾਰੋ ਮਾਟੋ ਦਾ ਨਾਮ ਭਰ ਕੇ ਉਹ ਸਾਰੀ ਜਾਣਕਾਰੀ ਹਾਸਲ ਕਰ ਸਕਦਾ ਵਾ। ਸੋ ਜਿਹੜੀਆਂ ਗੁਰਬਾਣੀ ਦੇ ਵਿੱਚ ਬਹੁਤ ਪੰਕਤੀਆਂ ਗੁਰੂ ਸਾਹਿਬ ਜੀ ਨੇ ਦਿੱਤੀਆਂ ਹਨ, ਉਹਨਾਂ ਨੂੰ ਅੱਜ ਦੀ ਜਿਹੜੀ ਸਾਇੰਸ ਹੈ ਉਹ ਸਿੱਧ ਕਰ ਰਹੀ ਹੈ ਔਰ ਉਹਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਪਾਣੀ ਨੂੰ ਗੁਰੂ ਸਾਹਿਬ ਜੀ ਨੇ ਜੀ ਕਿਹਾ ਹੈ ਤੇ ਉਹਦੇ ਤੋਂ ਸਾਰੀ ਪ੍ਰਕਿਰਤੀ ਅਮੀਬਾ ਉਹਦੇ ਤੋਂ ਬਣਿਆ। ਫਿਰ ਉਹਨੂੰ 15 ਵੋਲਟ ਜਿਹੜੀ ਆ ਕੁਦਰਤ ਨੇ ਇੱਕ ਕਰੰਟ ਦਿੱਤਾ ਤੇ ਉਹਦੇ ਤੋਂ ਜੀਵਨ ਪੈਦਾ ਹੋਇਆ ਔਰ ਇਸ ਤਰੀਕੇ ਨਾਲ ਧਰਤੀ ਤੇ ਜੀਵ ਜੰਤੂ, ਦਰਖਤ, ਮਨੁੱਖ ਪੈਦਾ ਹੋਇਆ। ਸੋ ਨੋ ਡਾਊਟ ਪਹਿਲੋਂ ਪਾਣੀ ਤੋਂ ਅਮੀਬਾ, ਅਮੀਬੇ ਦੇ ਨਾਲ ਇਲੈਕਟ੍ਰੋਨ 15 ਵੋਲਟੇਜ ਦੇ ਨਾਲ ਉਹ ਕਰੰਟ ਹੋਇਆ ਤੇ ਉਹਦੇ 'ਚ ਜਾਨ ਪੈ ਗਈ। ਸੋ ਇਹ ਵਿਧੀ ਹੈ ਜਿਹੜੀ ਕਿ ਸਾਇੰਸ ਇਸ ਵੇਲੇ ਦੱਸ ਰਹੀ ਹੈ, ਜਿਹੜੀ ਕਿ ਗੁਰੂ ਸਾਹਿਬ ਪਹਿਲੋਂ ਦੱਸ ਚੁੱਕੇ ਹਨ। ਅਸੀਂ ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਉਪਰੰਤ ਵਾਪਸ ਪਰਤਾਂਗੇ।